ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਹੋਏ ਦਿਆਲ ਤਾ ਸ਼ਰਧਾ ਪੂਰੀਐ। ਸਤਿਗੁਰ ਹੋਏ ਦਿਆਲ ਨ ਕਬਹੂ ਝੂਰੀਐ। ਸਤਿਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ। ਸਤਿਗੁਰ ਹੋਏ ਦਿਆਲ ਤਾ ਜਮ ਕਾ ਡਰ ਕੇਹਾ। ਸਤਿਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਿਆਲ ਤਾ ਨਵ ਨਿਧ ਪਾਈਐ। ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਕਿਰਪਾ ਕਰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਮੈਂ ਜਿਸ ਤਰ੍ਹਾਂ ਕਈ ਵਾਰੀ ਬੇਨਤੀ ਕੀਤੀ ਆ, ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਦੇ ਜੀਵ ਆਇਆ ਕਰਦੇ ਸਨ। ਕੁਛ ਐਸੇ ਵੀ ਹੁੰਦੇ ਸਨ ਜਿਹੜੇ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਅਨੇਕਾਂ ਤਰ੍ਹਾਂ ਦੇ ਸਵਾਲ ਪੁੱਛਿਆ ਕਰਦੇ ਸਨ। ਕਾਰਨ ਕਈ ਤਾਂ ਸਨ ਵੀ ਉਸ ਸਵਾਲਾਂ ਦੇ ਰਾਹੀਂ ਗਿਆਨ ਹਾਸਲ ਕਰਨਾ ਚਾਹੁੰਦੇ ਸਨ, ਤੇ ਕਈ ਇਹ ਵੀ ਦੇਖਣਾ ਚਾਹੁੰਦੇ ਸਨ ਵੀ ਇਹ ਨਿਰੰਕਾਰੀ ਜੋਤ ਦੀ ਗੱਦੀ ਜਿਹੜੀ ਹੈ ਇਹ ਕਿਸ ਰੂਪ ਦੇ ਵਿੱਚ ਸਾਨੂੰ ਦੇਖੇਗੀ, ਕਿਸ ਰੂਪ ਦੇ ਵਿੱਚ ਸਾਨੂੰ ਉਪਦੇਸ਼ ਦੇਵੇਗੀ। ਕਿ ਇਹ ਬਿਲਕੁਲ ਪਾਰ ਬ੍ਰਹਮ ਅਕਾਲ ਪੁਰਖ ਨਿਰੰਕਾਰ ਦਾ ਇਹ ਆਸਣ ਤੇ ਇਹ ਤਖਤ ਹੈ, ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਖੋਟ ਹੈ, ਜਾਂ ਕਿਸੇ ਤਰ੍ਹਾਂ ਦੀ ਤਰੇੜ ਹੈ। ਉਹ ਇਸ ਕਾਰਨ ਕਰਕੇ ਵੱਖਰੇ ਵੱਖਰੇ ਤਰ੍ਹਾਂ ਦੇ ਸਵਾਲ ਕਰਿਆ ਕਰਨੇ। ਸਤਿਗੁਰ ਸੱਚੇ ਪਾਤਸ਼ਾਹ ਨੇ ਹਰ ਸਵਾਲ ਦਾ ਜਵਾਬ ਜਦੋਂ ਤੁਸੀਂ ਸਾਹਿਬ ਦੀ ਬਾਣੀ ਦਾ ਆਪ ਸਹਿਜ ਪਾਠ ਕਰੋਗੇ ਸਮਝ ਪੈਣੀ ਸ਼ੁਰੂ ਹੋਏਗੀ। ਦੁਨੀਆ ਦੇ ਉੱਤੇ ਸਵਾਲ ਹੀ ਕੋਈ ਨਹੀਂ ਹੈ ਕਿ ਜਿਹਦਾ ਜਵਾਬ ਨਿਰੰਕਾਰ ਸੱਚੇ ਪਾਤਸ਼ਾਹ ਜੀ ਨਾ ਦੇ ਸਕਣ। ਤਾਂ ਹੀ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਆਖਿਆ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਸਜੇਵੜ ਅਵਰ ਨਾ ਕੋਈ। ਇਹਦੇ ਵਰਗਾ ਹੋਰ ਦੁਨੀਆ ਦੇ ਉੱਤੇ ਹੈ ਹੀ ਕੋਈ ਨਹੀਂ ਭਾਈ। ਇਹ ਸਮਰੱਥ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਸ ਵੇਲੇ ਸਾਨੂੰ ਗਿਆਨ ਦਿੰਦੇ ਨੇ ਅੰਮ੍ਰਿਤ ਦਾ। ਅੰਮ੍ਰਿਤ ਦਾ ਮਤਲਬ ਅੱਗੇ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ, ਹੁਣ ਫੇਰ ਅੰਮ੍ਰਿਤ ਕਹਿੰਦੇ ਜਿਹੜਾ ਸਦਾ ਅਮਰ ਰਹਿਣ ਵਾਲਾ ਵਸਤੂ ਹੋਵੇ, ਅੰਮ੍ਰਿਤ ਰਹਿਣ ਵਾਲੀ ਚੀਜ਼, ਅਮਰ ਰਹਿਣ ਵਾਲੀ ਚੀਜ਼ ਹੋਵੇ, ਜਿਹੜੀ ਨਾ ਕਾਲ ਦੇ ਅਧੀਨ ਹੋਵੇ ਤੇ ਨਾ ਸਮੇਂ ਦੇ ਅਧੀਨ ਹੋਵੇ, ਉਸ ਨੂੰ ਅੰਮ੍ਰਿਤ ਆਖਿਆ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਮਹਾਤਮਾ ਸਤਿਗੁਰਾਂ ਦੇ ਕੋਲ ਆਏ, ਉਹਨਾਂ ਨੇ ਆਣ ਕੇ ਪੁੱਛਿਆ ਵੀ ਇੱਥੇ ਸੰਸਾਰ ਦੇ ਉੱਤੇ ਸੁੱਖ ਭਰਿਆ ਆਨੰਦ ਭਰਿਆ ਜੀਵਨ ਕਿਸ ਤਰ੍ਹਾਂ ਅਸੀਂ ਬਤੀਤ ਕਰਾਂਗੇ, ਤੇ ਕਿਸ ਤਰ੍ਹਾਂ ਸਾਨੂੰ ਉਹ ਜਿਹੜੇ ਪਰਮ ਆਤਮਾ ਹੈ ਉਹਦੇ ਦਰਸ਼ਨ ਦਿਦਾਰੇ ਹੋਣਗੇ। ਸਾਨੂੰ ਪਹਿਲਾਂ ਇਹ ਜੀਵਨ ਦੇ ਵਿੱਚ ਕਿਹੜੀ ਕਮਾਈ ਕਰਨੀ ਚਾਹੀਦੀ ਹੈ, ਨਿਰੰਕਾਰ ਨੂੰ ਪੁੱਛਦੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ 25 ਵਾਰ ਅੰਮ੍ਰਿਤ ਦੇ ਨਾਮ ਨੂੰ ਸਤਿਗੁਰ ਜੀ ਸੰਬੋਧਨ ਕਰਨਗੇ। ਅੰਮ੍ਰਿਤ ਦੇ ਨਾਮ ਦੇ ਨਾਲ 25 ਵਾਰ ਸੰਬੋਧਨ ਕਰਨਗੇ। ਸੋ ਕਰੋ ਕਿਰਪਾ ਜੀ। ਮਾਝ ਮਹਿਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ। ਹਾਂ ਮੈਂ ਮੇਰਾ ਸਭ ਦੁੱਖ ਗਵਾਏ। ਇਹ ਮਹਾਤਮਾ ਜੀ ਸਭ ਤੋਂ ਪਹਿਲਾਂ ਉਹ ਜਿਹੜਾ ਅਕਾਲ ਪੁਰਖ ਇੱਕ ਵਾਹਿਗੁਰੂ ਇੱਕ ਨਿਰੰਕਾਰ ਹੈ, ਉਸ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਉਣਾ ਕਰੋ। ਇਸ ਜਦੋਂ ਉਹ ਨਾਮ ਹਿਰਦੇ ਦੇ ਵਿੱਚ ਵਸ ਜਾਵੇਗਾ, ਆਪ ਜੀ ਨੂੰ ਗਿਆਨ ਹੋ ਜਾਏਗਾ ਵੀ ਸੱਚਮੁੱਚ ਵਸ ਗਿਆ ਜਾਂ ਨਹੀਂ। ਤਾਂ ਕਹਿੰਦੇ ਉਹ ਜੀਵ ਆਪਣੇ ਹਉਮੈ ਦੇ ਰੋਗ ਨੂੰ
ਇਸ ਸਰੀਰ ਦੇ ਵਿੱਚੋਂ ਵੱਡੇ ਦੁੱਖ ਨੂੰ ਗਵਾ ਦੇਵੇ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਜਿਹੜਾ ਨਿਰੰਕਾਰ ਵੱਲੋਂ ਕਿਰਪਾ ਕੀਤਾ ਹੋਇਆ ਗਿਆਨ ਹੈ, ਇਸ ਬਾਣੀ ਨੂੰ ਵੀ ਅਸੀਂ ਪਿਆਰ ਦੇ ਨਾਲ ਸਤਿਕਾਰ ਨਾਲ ਕਹਿ ਸਕਦੇ ਹਾਂ, ਜਿਹੜੇ ਕਿ ਬਾਣੀ ਨੂੰ ਸਦਾ ਅਮਰ ਰਹਿਣ ਵਾਲੇ ਨਿਰੰਕਾਰ ਦੇ ਇਸ ਕਲਾਮ ਨੂੰ ਸਦਾ ਦਿਨ ਰਾਤ ਸਿਫਤ ਸਲਾਹ ਉਸ ਦੀ ਕਰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਮਰ ਹੋ ਜਾਂਦੇ ਨੇ ਸੰਸਾਰ ਤੇ। ਅੰਮ੍ਰਿਤ ਅੰਮ੍ਰਿਤ ਪਿਆਵਣਿਆ, ਸਦਾ ਅਮਰ ਰਹਿਣ ਵਾਲਾ ਜੋ ਅੰਮ੍ਰਿਤ ਹੈ, ਗਿਆਨ ਹੈ, ਨਾਮ ਹੈ, ਉਹ ਵਾਹਿਗੁਰੂ ਕਿਰਪਾ ਕਰਕੇ ਕੋਲੋਂ ਪਾ ਲੈਂਦੇ ਹਨ। ਹਉ ਵਾਰੀ ਜਿਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਤੇ ਕਿਰਪਾ ਨਾਲ ਸਤਿਗੁਰ ਕਹਿੰਦੇ ਨੇ ਉਹ ਅੰਮ੍ਰਿਤ ਸਦਾ ਅਮਰ ਰਹਿਣ ਵਾਲਾ ਜਿਹੜਾ ਨਾਮ ਹੈ, ਉਹਨੂੰ ਜਦੋਂ ਉਹ ਪਾਉਂਦੇ ਨੇ, ਉਹ ਅਰਥਾਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਨੇ ਕਿ ਮੌਤ ਤੋਂ ਵੀ ਰਹਿਤ ਹੋ ਜਾਂਦੇ ਹਨ, ਉਹਨਾਂ ਨੂੰ ਜਨਮ ਤੇ ਮਰਨ ਦੇ ਵਿੱਚ ਨਹੀਂ ਆਉਣਾ ਪੈਂਦਾ। ਸੋ ਨਾਲ ਕਹਿੰਦੇ ਹੋਂ ਵਾਰੀ ਜਿਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਮੈਂ ਉਹਨਾਂ ਦੇ ਕੋਲੋਂ ਅਨੇਕਾਂ ਵਾਰ ਬਲਿਹਾਰੇ ਜਾਵਾਂ। ਬਲਿਹਾਰੇ ਦਾ ਮਤਲਬ ਹੁੰਦਾ ਕਿ ਉਹਨਾਂ ਨੂੰ ਮੈਂ ਨਮਸਕਾਰ ਕਰਾਂ, ਉਹਨਾਂ ਦੀ ਸ਼ੋਭਾ ਕਰਾਂ, ਉਹਨਾਂ ਦੀ ਵਡਿਆਈ ਕਰਾਂ, ਜਿਨ੍ਹਾਂ ਨੇ ਇਸ ਅਕਾਲ ਪੁਰਖ ਨਿਰੰਕਾਰ ਦੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ। ਹੁਣ ਇੱਥੇ ਬਾਣੀ ਤੋਂ ਮਤਲਬ ਆਵੇਗਾ ਗਿਆਨ। ਜਦੋਂ ਅਸੀਂ ਸਦਾ ਅਮਰ ਰਹਿਣ ਵਾਲਾ ਗਿਆਨ ਨਿਰੰਕਾਰ ਦੀ ਕਿਰਪਾ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਾਂ, ਸਤਿਗੁਰ ਕਹਿੰਦੇ ਨੇ ਵੀ ਉਹ ਜਿਹੜਾ ਸਦਾ ਅਮਰ ਨਾਮ ਹੈ, ਉਹ ਨਾਮ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ, ਸੁਦੇ ਸਿੱਧ ਪ੍ਰਗਟ ਹੋ ਜਾਂਦਾ। ਕਹਿੰਦੇ ਵੀ ਜਿਹੜਾ ਪਿਆਰਾ ਹੈ, ਸਤਿਗੁਰ ਦਾ ਪ੍ਰੇਮੀ ਹੈ, ਜਿਹਨੇ ਅਟੁੱਟ ਪ੍ਰੇਮ ਪਰਾ ਲਿਆ ਨਿਰੰਕਾਰ ਦੇ ਨਾਲ, ਉਹ ਸਦਾ ਹੀ ਫਿਰ ਉਹ ਨਾਮ ਨੂੰ ਹੀ ਧਿਆਉਂਦਾ ਹੈ, ਨਾਮ ਦੀ ਹੀ ਵਡਿਆਈ ਦੇ ਵਿੱਚ ਲੱਗਾ ਰਹਿੰਦਾ ਹੈ। ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਫਿਰ ਉਹ ਜੋ ਬਚਨ ਕਰਦਾ ਹੈ, ਉਹ ਵੀ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਦੇ ਹੁੰਦੇ ਨੇ। ਬੜੇ ਮਿੱਠੇ ਬਚਨ ਉਹ ਕਰਦਾ, ਕਿਸੇ ਨੂੰ ਕੋੜਾ ਬੋਲ ਨਹੀਂ ਬੋਲਦਾ। ਤੇ ਕੀ ਕਹਿੰਦੇ ਸਦਾ ਮੁਖ ਵੈਣੀ, ਜਦੋਂ ਮਿੱਠੇ ਬਚਨ ਉਹ ਹਰ ਵੇਲੇ ਬੋਲਦਾ ਹੈ। ਅੰਮ੍ਰਿਤ ਵੇਖੇ ਪਰਖੈ ਸਦਾ ਨੈਣੀ, ਤੇ ਅੱਖਾਂ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਨੂੰ ਹਰ ਜਗ੍ਹਾ ਦੇ ਉੱਤੇ ਸਦਾ ਅਮਰ ਰਹਿਣ ਵਾਲੇ ਨੂੰ ਹੀ ਉਹਦੀ ਕੁਦਰਤ ਵਿੱਚ ਵੇਖਦਾ ਹੈ। ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਨਾਵਣਿਆ। ਅੰਮ੍ਰਿਤ ਉਹ ਸਦਾ ਅਮਰ ਰਹਿਣ ਵਾਲੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਦਿਨ ਰਾਤ ਕਰਦਾ। ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਉਹ ਜੁੜਿਆ ਹੁੰਦਾ, ਰੰਗਿਆ ਹੁੰਦਾ ਜਿਹੜਾ ਜੀਵ ਹੈ ਭਾਈ, ਉਹ ਅਵਰਾ ਆਖ ਵਿਖਾਣਿਆ, ਦੂਸਰਿਆਂ ਨੂੰ ਵਿਖਾਵਣਿਆ, ਦੂਸਰਿਆਂ ਨੂੰ ਵੀ ਪ੍ਰੇਰਨਾ ਦਿੰਦਾ, ਦੂਸਰਿਆਂ ਦੇ ਕੋਲ ਵੀ ਜਾ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਕੇ ਉਹਨਾਂ ਨੂੰ ਵੀ ਇਸ ਰਾਸਤੇ ਦੇ ਦੁਮਾਰਗ ਉੱਤੇ ਤੋਰਨ ਦੀ ਪ੍ਰੇਰਨਾ ਦਿੰਦਾ ਹੈ। ਅੰਮ੍ਰਿਤ ਰੰਗ ਸਦਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਸਦਾ ਅਮਰ ਰਹਿਣ ਵਾਲੇ ਵਾਹਿਗੁਰੂ ਦੇ ਰੰਗ ਦੇ ਵਿੱਚ ਉਹ ਰਤਿਆ ਜਾਂਦਾ। ਉਸ ਦੀ ਲਿਵ, ਉਸ ਦੀ ਜਿਹੜੀ ਸੁਰਤੀ ਹੈ, ਉਹ ਹਰ ਵੇਲੇ ਉਹ ਨਾਮ ਦੇ ਵਿੱਚ ਲੱਗੀ ਹੋਈ ਹੈ। ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਇਹ ਸਦਾ ਅਮਰ ਰਹਿਣ ਵਾਲਾ ਨਾਮ ਗੁਰੂ ਦੀ ਕਿਰਪਾ ਦੇ ਨਾਲ ਹੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪਿਆਵਣਿਆ। ਹੁਣ ਦਿਨ ਰਾਤ ਉਹ ਸਤਿਗੁਰ ਦੀ ਵਡਿਆਈ ਦੇ ਵਿੱਚ ਹੈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਨਾਮ ਨੂੰ ਦਿਨ ਰਾਤ ਉਸ ਦੀ ਉਸਤਤ ਦੇ ਵਿੱਚ ਲੱਗਾ ਹੁੰਦਾ, ਇਸ ਪ੍ਰਾਣੀ ਨੂੰ ਜਿਹੜੀ ਰਸਨਾ ਹੈ ਉਹ ਅੰਮ੍ਰਿਤ ਅੰਦਰੋਂ ਹੀ ਅੰਮ੍ਰਿਤ ਚਖਣਾ ਸ਼ੁਰੂ ਕਰ ਦਿੰਦੀ ਹੈ। ਫਿਰ ਕੀ ਹੁੰਦਾ, ਜਿਸ ਵੇਲੇ ਉਹ ਰਸਨਾ ਜਿਹੜੀ ਹੈ ਅੰਮ੍ਰਿਤ ਵਰਗੇ ਬੋਲ ਬੋਲ ਕੇ ਦਿਨ ਰਾਤੀ ਪ੍ਰੀਤਮ ਦੀ ਸਿਫਤ ਸਲਾਹ ਕਰਦੀ ਹੈ, ਮਨ ਤੇ ਤਨ ਅੰਮ੍ਰਿਤ ਪਿਆਵਣਾ। ਜਿਹੜਾ ਫਿਰ ਸਾਡਾ ਮਨ ਹੈ ਉਹ ਅੰਮ੍ਰਿਤ ਪੀ ਰਿਹਾ, ਪਰ ਤਨ ਦਾ ਮਤਲਬ ਹੁੰਦਾ ਜਿਹੜੇ ਸਾਡੇ ਗਿਆਨ ਦੇ ਅੰਦਰ ਹੁੰਦੇ ਨੇ, ਉਹ ਗਿਆਨ ਦੇ ਅੰਦਰ ਇਸ ਤਨ ਦੇ ਉੱਤੇ ਉਡੋਲ ਹੋ ਜਾਂਦੇ ਨੇ। ਉਹ ਫਿਰ ਗਲਤ ਨਹੀਂ ਸੁਣਦੇ। ਕੰਨ ਜਿਹੜੇ ਨੇ ਉਹਨਾਂ ਨੂੰ ਫਿਰ ਕਿਸੇ ਹੋਰ ਚੀਜ਼ ਨੂੰ ਸੁਣਨ ਦੀ ਜ਼ਰੂਰਤ ਨਹੀਂ, ਨਾ ਉਹ ਸੁਣਦੇ ਹਨ। ਕਹਿਣ ਦਾ ਮਤਲਬ ਜਿੱਥੇ ਉਹ
ਜਿੱਥੇ ਬਚਨ ਹੋਣਗੇ ਨਿਰੰਕਾਰ ਦੇ ਕੰਨ ਉਹੀ ਸੁਣਦੇ ਨੇ। ਅੱਖਾਂ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਕੁਦਰਤ ਦੇ ਵਿੱਚ ਦੇਖਦੀਆਂ ਨੇ। ਜੀਭਾ ਸਦਾ ਪ੍ਰੇਮ ਦੇ ਬਚਨ ਕਰਦੀ ਹੈ। ਇਸ ਤਰ੍ਹਾਂ ਜਿਹੜੇ ਸਾਡੇ ਗਿਆਨ ਦੇ ਇੰਦਰੇ ਨੇ ਉਹ ਜਦੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਹਰ ਜਗ੍ਹਾ ਦੇ ਉੱਤੇ ਸੁਣਦੇ ਤੇ ਵੇਖਦੇ ਨੇ, ਇਹ ਤਨ ਵੀ ਪਵਿੱਤਰ ਹੋ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀ ਰਸਨਾ ਹੈ ਦਿਨ ਰਾਤ ਉਹ ਨਿਰੰਕਾਰ ਦੀ ਸਿਫਤ ਸਲਾਹ ਕਰਕੇ ਅੰਮ੍ਰਿਤ ਛਕ ਰਹੀ ਹੈ। ਉਹ ਮਨ ਤੇ ਤਨ ਨੂੰ ਵੀ ਅੰਮ੍ਰਿਤ ਪਿਆ ਰਹੀ ਹੈ। ਸੋ ਕਿਛ ਕਰੈ ਜੋ ਚਿਤ ਨ ਹੋਈ, ਤਿਸ ਦਾ ਹੁਕਮ ਮੇਟ ਨ ਸਕੈ ਕੋਈ। ਇਹ ਪਿਆਰੇ ਸਤਿਗੁਰ ਦੇ ਹੁਕਮ ਤੇ ਭਾਣੇ ਦੇ ਵਿੱਚ ਸਦਾ ਅਡੋਲ ਰਹਿੰਦੇ ਨੇ। ਕਹਿੰਦੇ ਨੇ ਜੋ ਕੁਛ ਕਰ ਰਿਹਾ, ਜਿਹੜਾ ਉਹਦੇ ਚਿੱਤ ਦੇ ਵਿੱਚ ਸੰਸਾਰ ਦੇ ਉੱਤੇ ਹੋ ਰਿਹਾ, ਉਹਦੇ ਚਿੱਤ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ, ਤੇ ਤਿਸ ਦਾ ਹੁਕਮ ਨਾ ਮਿਟੇ ਕੋਈ ਭਾਈ। ਉਸ ਦੇ ਹੁਕਮ ਨੂੰ, ਉਸ ਦੀ ਰਜ਼ਾ ਨੂੰ ਕੋਈ ਮੇਟ ਨਹੀਂ ਸਕਦਾ। ਇਹਦੇ ਸੰਸਾਰ ਦੇ ਉੱਤੇ ਉਹਦੇ ਹੁਕਮ ਨੂੰ ਕੋਈ ਮਿਟਣ ਵਾਲਾ ਨਹੀਂ ਹੈ। ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਣਿਆ। ਜਿਨ੍ਹਾਂ ਤੇ ਕਿਰਪਾ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਹੀ ਉਹਨਾਂ ਦੇ ਅੰਦਰ ਇਹ ਬਾਣੀ ਜਿਹੜੀ ਹੈ ਟਿਕਦੀ ਜਾ ਕੇ ਭਾਈ। ਤੇ ਹੁਕਮੇ ਅੰਮ੍ਰਿਤ ਪਿਆਵਣਾ, ਤੇ ਜਿਹੜੇ ਅੰਮ੍ਰਿਤ ਛਕ ਰਹੇ ਨੇ ਉਹ ਵੀ ਸਤਿਗੁਰ ਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੀ ਜਿਹੜੀ ਰਹਿਤ ਹੈ, ਜਿਹੜੀ ਉਹਦੀ ਪਰੰਪਰਾ ਹੈ, ਜਿਹੜਾ ਉਸ ਦਾ ਮਾਰਗ ਹੈ, ਉਹਦੇ ਉੱਤੇ ਗੁਰੂ ਕਿਰਪਾ ਕਰਕੇ ਤੋਰ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਰਿਹਾ ਹੁੰਦਾ ਹੈ। ਅਜਬ ਕੰਮ ਕਰਤੇ ਹਰ ਕੇ, ਇਹ ਮਨ ਭੂਲਾ ਜਾਂਦਾ ਫੇਰੇ। ਫਿਰ ਕੀ ਹੁੰਦਾ ਕਿ ਅਜਬ ਕੰਮ ਜਿਹੜੇ ਹੁੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਉਹ ਨਿਰੰਕਾਰ ਦੇ ਕੌਤਕ ਦੇਖ ਕੇ ਜਿਹੜੇ ਅਚਰਜ ਨੇ ਸਾਨੂੰ ਵਿਸਮਾਦ ਦੇ ਵਿੱਚ ਲੈ ਕੇ ਜਾਂਦੇ ਨੇ, ਜਿਹੜੇ ਸਾਨੂੰ ਹੈਰਾਨ ਕਰ ਦਿੰਦੇ ਨੇ। ਇਹ ਫਿਰ ਕੀ ਹੁੰਦਾ ਹੈ, ਇਹ ਮਨ ਜਿਹੜਾ ਹੈ ਇਹ ਮਨ ਭੁੱਲਾ ਜਾਂਦੇ ਫੇਰੇ। ਫਿਰ ਜਿਹੜਾ ਭੁੱਲਿਆ ਹੋਇਆ ਮਨ ਹੁੰਦਾ, ਨਿਰੰਕਾਰ ਦੇ ਕੌਤਕ ਦੇਖ ਕੇ ਇਹ ਭੁੱਲਿਆ ਮਨ ਇੱਕ ਟਿਕਾ ਦੇ ਵਿੱਚ ਆਪਣੇ ਅਸਲੀ ਘਰ ਦੇ ਵਿੱਚ ਆ ਜਾਂਦਾ ਹੈ। ਅੰਮ੍ਰਿਤ ਬਾਣੀ ਸਿਉ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਇਹੀ ਮਨ ਜਿਹੜਾ ਭਟਕਦਾ ਫਿਰਦਾ ਹੁੰਦਾ, ਨਿਰੰਕਾਰ ਸੱਚੇ ਪਾਤਸ਼ਾਹ ਦੇ ਸਦਾ ਅਮਰ ਰਹਿਣ ਵਾਲੀ ਬਾਣੀ ਦੇ ਨਾਲ ਉਹ ਜੁੜ ਜਾਂਦਾ ਹੈ। ਜਦੋਂ ਉਹ ਜੁੜ ਜਾਂਦਾ ਹੈ ਤੇ ਉਸ ਦੇ ਅੰਦਰ ਫਿਰ ਉਹ ਸਦਾ ਅਮਰ ਰਹਿਣ ਵਾਲਾ ਜਿਹੜਾ ਸ਼ਬਦ ਹੈ ਉਹ ਵੱਜਣਾ ਸ਼ੁਰੂ ਹੋ ਜਾਂਦਾ। ਉਹ ਹਰ ਵੇਲੇ ਦਿਨ ਰਾਤ, ਉਹ ਹਰ ਵੇਲੇ ਅਨਹਦ ਸ਼ਬਦ ਦੇ ਜਿਹੜੇ ਨਾਲ ਜੁੜਿਆ ਰਹਿੰਦਾ ਹੈ ਮਨ। ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਭਾਏ। ਫਿਰ ਉਹ ਕਿਤੇ ਵੀ ਆਪਣੇ ਗਿਆਨ ਨੂੰ ਨਹੀਂ ਪ੍ਰਗਟ ਕਰਦਾ, ਆਪਣੀ ਜਿਹੜੀ ਮੱਤ ਹੈ ਉਹਨੂੰ ਨਹੀਂ ਵਰਤਦਾ। ਜੀਵ ਕਹਿੰਦਾ ਹੈ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ, ਇਹ ਜਿਹੜੇ ਖੋਟੇ ਜੀਵ ਨੇ ਤੇ ਖਰੇ ਜੀਵ ਨੇ, ਇਹ ਸਾਰੇ ਤੁਹਾਡੇ ਹੀ ਬਣਾਏ ਹੋਏ ਨੇ। ਤੁਸੀਂ ਆਪੇ ਪਰਖੇ ਲੋਕ ਸਵਾਏ। ਤੁਸੀਂ ਹਰ ਇੱਕ ਨੂੰ, ਬੁਰਿਆਂ ਦੀ ਵੀ ਪਰਖ ਕਰਦੇ ਹੋ, ਭਲਿਆਂ ਦੀ ਪਰਖ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ। ਖਰੇ ਪਰਖ ਖਜ਼ਾਨੇ ਪਾਇਆ ਹੈ, ਖੋਟੇ ਭਰਮ ਭੁਲਾਵਣਿਆ। ਜਿਹੜੇ ਖਰੇ ਹੁੰਦੇ, ਜਿਹੜੇ ਸਤਿਗੁਰ ਦੇ ਮਨ ਨੂੰ ਪਾ ਜਾਂਦੇ ਨੇ, ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਵਿੱਚ ਅਪੇਰ ਕਰ ਲੈਂਦੇ ਨੇ, ਸਹੀ ਖਜ਼ਾਨੇ ਦੇ ਵਿੱਚ ਪਾ ਲੈਂਦੇ ਨੇ। ਤੇ ਜਿਹੜੇ ਖੋਟੇ ਨੇ ਉਹਨਾਂ ਨੂੰ ਫਿਰ ਵਾਰ-ਵਾਰ ਇਹਦੇ ਸੰਸਾਰ ਦੇ ਉੱਤੇ ਆਉਣਾ ਪੈਂਦਾ, ਮਰਦੇ ਨੇ, ਜੰਮਦੇ ਨੇ, ਭਰਮਾਂ ਦੇ ਵਿੱਚ ਭੁਲਾ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ। ਕਿਉਂ ਕਰ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਕਿਸ ਤਰ੍ਹਾਂ ਮੈਂ ਆਪ ਜੀ ਦੇ ਦਰਸ਼ਨ ਕਰ ਸਕਦਾ ਹਾਂ? ਮੇਰੇ ਤੇ ਕਿਰਪਾ ਕਰਕੇ ਦੱਸੋ, ਮੈਂ ਕਿਹੜੀ ਤੁਹਾਡੀ ਸਿਫਤ ਸਲਾਹ ਕਰਾਂ ਜਿਹਦੇ ਨਾਲ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਤੇ ਨਾਲ ਹੀ ਮਹਾਰਾਜ ਜਵਾਬ ਦੇ ਦਿੰਦੇ, ਗੁਰ ਪ੍ਰਸਾਦੀ ਸ਼ਬਦ ਸਲਾਹੀ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਸ਼ਬਦ ਤੈਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਉਹਦੇ ਰਾਹੀਂ ਉਸ ਅਕਾਲ ਪੁਰਖ ਨਿਰੰਕਾਰ ਦੀ ਸਿਫਤ ਸਲਾਹ ਦੇ ਵਿੱਚ ਹਰ ਵੇਲੇ ਲੱਗਿਆ ਰਹਿ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਤੇਰੇ ਹੁਕਮ ਦੇ ਵਿੱਚ ਹੀ ਭਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਜਿਹੜਾ ਹੈ ਉਹ ਫਿਰ ਸਤਿਗੁਰ ਨੂੰ ਕਹਿੰਦਾ
ਅਰਦਾਸ ਕਰਦਾ ਖੇ ਅਕਾਲ ਪੁਰਖ ਨਿਰੰਕਾਰ, ਇਹ ਜਿਹੜਾ ਸਦਾ ਅਮਰ ਰਹਿਣ ਵਾਲਾ ਨਾਮ ਹੈ ਨਾ, ਇਹ ਤੇਰੇ ਹੁਕਮ ਦੇ ਵਿੱਚ, ਭਾਣੇ ਦਾ ਮਤਲਬ ਇੱਥੇ ਤੇਰਾ ਹੁਕਮ ਹੈ, ਤੇਰੇ ਹੁਕਮ ਦੇ ਵਿੱਚ ਹੀ, ਤੇਰੀ ਕਿਰਪਾ ਦੇ ਨਾਲ, ਤੇਰੀ ਰਜ਼ਾ ਦੇ ਨਾਲ ਇਹ ਹਿਰਦੇ ਦੇ ਵਿੱਚ ਵਸਿਆ, ਤੇ ਤੇਰੇ ਹੁਕਮ ਦੇ ਨਾਲ ਹੀ ਇਸ ਨਾਮ ਦੇ ਨਾਲ ਮੈਂ ਅੰਮ੍ਰਿਤ ਪੀ ਰਿਹਾ ਹਾਂ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀਐ ਹਿਰਦੈ ਸਮਾਣੀ। ਵਾਹਿਗੁਰੂ ਜੀ, ਤੁਹਾਡਾ ਸ਼ਬਦ ਵੀ ਜਿਹੜਾ ਹੈ ਉਹ ਵੀ ਸਦਾ ਅਮਰ ਰਹਿਣ ਵਾਲਾ ਹੈ, ਸਦਾ ਅਮਰ ਰਹਿਣ ਵਾਲੀ ਇਹ ਨਿਰੰਕਾਰ ਦੀ ਬਾਣੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਅੰਮ੍ਰਿਤ ਸਾਰੇ, ਇਸ ਗੁਰਬਾਣੀ ਦੇ ਵਿੱਚ ਸਾਰੇ ਅੰਮ੍ਰਿਤ ਨੇ ਭਾਈ, ਇਹਦੇ ਕੱਲੇ ਕੱਲੇ ਬਚਨ ਦੇ ਵਿੱਚ ਅੰਮ੍ਰਿਤ ਹੈ। ਸੋ ਤਾਂ ਹੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਕਿਰਪਾ ਕਰਕੇ ਕਹਿੰਦੇ ਨੇ ਕਿ ਅੰਮ੍ਰਿਤ ਸ਼ਬਦ ਇਸ ਸੰਸਾਰ ਨੂੰ ਤੇ ਇਹ ਆਏ ਹੋਏ ਮਹਾਤਮਾ ਨੂੰ ਗਿਆਨ ਦਿੰਦੇ। ਨਿਰੰਕਾਰ ਜੀ ਕਹਿੰਦੇ ਨੇ ਕਿ ਇਹ ਸ਼ਬਦ ਵੀ ਅੰਮ੍ਰਿਤ ਹੈ, ਸਦਾ ਅਮਰ ਰਹਿਣ ਵਾਲਾ ਹੈ, ਬਾਣੀ ਵੀ ਸਦਾ ਅਮਰ ਰਹਿਣ ਵਾਲੀ ਹੈ, ਤੇ ਇਹ ਦੀ ਕਿਰਪਾ ਉਹਨਾਂ ਦੇ ਹਿਰਦੇ ਦੇ ਵਿੱਚ ਉਸ ਵੇਲੇ ਟਿਕਦੀ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਉਸ ਗੁਰ ਸਤਿਗੁਰ ਦੀ ਸੇਵਾ ਕਰਦੇ ਨੇ, ਉੱਚੀ ਸੁੱਚੀ ਸੇਵਾ ਕਰਦੇ ਨੇ, ਬੰਦਗੀ ਕਰਦੇ ਨੇ। ਸਤਿਗੁਰ ਸੇਵੀ ਹਿਰਦੈ ਸਮਾਣੀ, ਸਤਿਗੁਰ ਦੀ ਸੇਵਾ ਕਰਨ ਦੇ ਨਾਲ ਇਹ ਹਿਰਦੇ ਦੇ ਵਿੱਚ ਆਣ ਕੇ ਟਿਕ ਜਾਂਦੀ ਹੈ ਸਦਾ ਵਾਸਤੇ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ। ਨਿਰੰਕਾਰ ਜੀ ਕਹਿੰਦੇ ਨੇ ਮਹਾਤਮਾ ਜੀ, ਇਹ ਜਿਹੜਾ ਅੰਮ੍ਰਿਤ ਨਾਮ ਹੈ ਇਹੀ ਸੁੱਖਾਂ ਦਾ ਦਾਤਾ ਹੈ, ਇਹੀ ਸੁੱਖਾਂ ਦਾ ਖਜ਼ਾਨਾ ਹੈ। ਔਰ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਔਰ ਨਾਮ ਦੇ ਰਾਹੀਂ ਅੰਦਰੋਂ ਉਹ ਅੰਮ੍ਰਿਤ ਜਿਹਦੇ ਬਾਰੇ ਗਿਆਨ ਦੇਣਾ ਬੜਾ ਮੁਸ਼ਕਲ ਹੈ, ਸਦਾ ਅਮਰ ਰਹਿਣ ਵਾਲਾ। ਕਹਿੰਦੇ ਜਦੋਂ ਅਸੀਂ ਉਸ ਨੂੰ ਪੀਣਾ ਸ਼ੁਰੂ ਕਰ ਦਿੰਦੇ ਹੋ ਮਹਾਤਮਾ ਜੀ, ਤੇ ਉਸ ਵੇਲੇ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ, ਭੁੱਖਾਂ ਲੈ ਜਾਂਦੀਆਂ ਹਨ। ਮਾਝ ਮਹਿਲਾ ਤੀਜਾ, ਅੰਮ੍ਰਿਤ ਵਰਸਾ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਇਹ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਹੋਇਆ ਜਿਹੜਾ ਜੀਵ ਹੈ, ਉਹ ਫਿਰ ਇਹ ਗਿਆਨ ਦਿੰਦਾ ਵੀ ਇਹ ਅੰਮ੍ਰਿਤ ਸਹਿਜ ਸੁਭਾਏ ਹੀ ਵਰਤਣਾ ਸ਼ੁਰੂ ਹੋ ਜਾਂਦਾ, ਵਰਤਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਗਿਆਨ ਕੋਈ ਵਿਰਲਾ ਸੰਸਾਰ ਦੇ ਉੱਤੇ ਹੈ ਜਿਹਨੂੰ ਇਹ ਗਿਆਨ ਹਾਸਲ ਹੁੰਦਾ ਹੈ। ਸਦਾ ਅਮਰ ਰਹਿਣ ਵਾਲਾ ਅੰਮ੍ਰਿਤ ਜਿਸ ਵੇਲੇ ਅੰਦਰ ਵਰਸਦਾ ਹੈ, ਉਸ ਵੇਲੇ ਉਹ ਵਿਰਲਾ ਕੋਈ ਹੁੰਦਾ ਜਿਹਦੇ ਇਹ ਵਰਸਦਾ। ਗੁਰਮੁਖ ਵਿਰਲਾ ਕੋਈ ਜਨ ਪਾਏ, ਕੋਈ ਵਿਰਲਾ ਇਸ ਸੰਸਾਰ ਤੇ ਹੈ ਭਾਈ ਜਿਹਦੇ ਅੰਦਰ ਇਸ ਤਰ੍ਹਾਂ ਦੀ ਗੁਰੂ ਨਿਰੰਕਾਰ ਦੀ ਕਿਰਪਾ ਹੋ ਜਾਂਦੀ। ਪਰ ਇੱਥੇ ਹੁਣ ਨਿਰਾਸ਼ ਨਾ ਹੋਇਓ ਵੀ ਅਸੀਂ ਉਹ ਵਿਰਲੇ ਨਹੀਂ ਹਾਂ, ਸਾਰੇ ਹੀ ਸਤਿਗੁਰ ਦੇ ਪਿਆਰੇ ਨੇ। ਜਿਹੜਾ ਕਮਾਈ ਤੇ ਉੱਤੇ ਕਰਨੀ ਸ਼ੁਰੂ ਕਰ ਦਿੱਤਾ, ਜਿਹੜੀ ਵੀ ਕਮਾਈ ਕਰ ਰਿਹਾ ਉਹਦਾ ਫਲ ਉਹਨੂੰ ਮਿਲਦਾ ਹੈ। ਜਿਹੜੇ ਬੰਦਗੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਰਦੇ ਨੇ, ਉਹਨਾਂ ਨੂੰ ਭਾਈ ਇਹ ਬੰਦਗੀ ਦੇ ਮਾਰਗ ਤੇ ਤੁਰ ਤੇ ਨਿਰੰਕਾਰ ਸਦਾ ਅਮਰ ਰਹਿਣ ਵਾਲੇ ਨਾਮ ਨੂੰ ਪ੍ਰਗਟ ਕਰ ਦਿੰਦੇ ਹਨ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਉਹ ਜੀਵ ਅੰਮ੍ਰਿਤ ਪੀ ਕੇ ਸਦਾ ਹੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰੱਜ ਜਾਂਦੇ ਨੇ, ਤ੍ਰਿਪਤਾਸੇ ਰੱਜ ਜਾਂਦੇ ਨੇ। ਹੋਰ ਉਹਨਾਂ ਦੇ ਅੰਦਰ ਆਸਾ ਤ੍ਰਿਸ਼ਨਾ ਰਹਿੰਦੀ ਨਹੀਂ। ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਉਹ ਜਿਹੜੇ ਅੰਮ੍ਰਿਤ ਸਦਾ ਅਮਰ ਰਹਿਣ ਵਾਲੇ ਅੰਮ੍ਰਿਤ ਦੇ ਨਾਲ ਜਿਹੜੇ ਸਦਾ ਤ੍ਰਿਪਤਾਸੇ ਰੱਜ ਜਾਂਦੇ ਨੇ, ਉਹਨਾਂ ਦੀਆਂ ਹੋਰ ਸਾਰੀਆਂ ਤ੍ਰਿਸ਼ਨਾ ਨਿਰੰਕਾਰ ਵਾਹਿਗੁਰੂ ਜੀ ਸਮਾਪਤ ਕਰ ਦਿੰਦੇ ਨੇ। ਹਉ ਵਾਰੀ ਜਿਉ ਵਾਰੀ, ਗੁਰਮੁਖ ਅੰਮ੍ਰਿਤ ਪਿਆਵਣਿਆ। ਮੈਂ ਉਹਨਾਂ ਦੇ ਉੱਤੋਂ ਦੇ ਕਰਮਾਨ ਜਾਵਾਂ, ਉਹਨਾਂ ਨੂੰ ਲੱਖ ਲੱਖ ਵਾਰ ਰੋਮ ਰੋਮ ਕਰਕੇ ਨਮਸਕਾਰ ਕਰਾਂ, ਜਿਹੜੇ ਸਤਿਗੁਰ ਵੱਲੋਂ ਬਖਸ਼ੇ ਹੋਏ ਦੂਸਰਿਆਂ ਨੂੰ ਵੀ ਅੰਮ੍ਰਿਤ ਪਿਆਉਂਦੇ ਹਨ। ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਜੇ ਹਰ ਗੁਣ ਗਾਵਣਿਆ। ਉਹਨਾਂ ਦੀ ਰਸਨਾ ਜੀਵ ਜਿਹੜੀ ਹੈ ਉਹ ਪ੍ਰੀਤਮ ਦੇ ਗੁਣ ਗਾ ਗਾ ਕੇ ਉਸ ਦੇ ਅੰਮ੍ਰਿਤ ਦੇ ਵਿੱਚ ਰਸੀ ਹੁੰਦੀ ਹੈ। ਸਦਾ ਰੰਗ ਰਾਤੀ ਉਹ ਰਸੀ ਹੋਈ ਅੰਮ੍ਰਿਤ ਦੇ ਵਿੱਚ ਜੀਵਾ ਦਿਨ ਰਾਤ ਉਹ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਸਹਿਜੇ ਹਰ ਗੁਣ ਗਾਵਣਿਆ, ਅਡੋਲ ਹੋ ਕੇ, ਸਹਿਜ ਸੁਭਾਗ ਅਡੋਲ ਹੋ ਕੇ ਉਹ ਪ੍ਰੀਤਮ ਨਿਰੰਕਾਰ ਦੇ ਗੁਣ ਗਾਵਣ ਕਰਦੀ ਆ, ਗੁਣ ਗਾਉਂਦੀ ਰਹਿੰਦੀ ਹੈ। ਰਹਾਉ
ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇਕਸ ਸਿਉ ਲਿਵ ਲਾਏ। ਗੁਰੂ ਦੇ ਕੋਲੋਂ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਜਿਹੜੇ ਗੁਰਮੁਖ ਨੂੰ, ਉਹੀ ਵੇਸ ਇਸ ਅਡੋਲਤਾ ਵਾਲੇ ਪਦ ਨੂੰ ਪ੍ਰਾਪਤ ਕਰ ਲੈਂਦਾ। ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਅਡੋਲਤਾ ਵਾਲੇ ਪਦ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ। ਉਸ ਨੂੰ ਗਿਆਨ ਹੋ ਜਾਂਦਾ ਨਿਰੰਕਾਰ ਸੱਚੇ ਪਾਤਸ਼ਾਹ ਦਾ। ਤਾਂ ਫਿਰ ਉਹ ਕੀ ਕਰਦਾ, ਦੁਵਿਧਿਆ ਮਾਰ ਇੱਕ ਸੋ ਲਿਵ ਲਾਏ। ਉਹ ਫਿਰ ਜਿਹੜੇ ਭਰਮਾਂ ਵਾਲੇ ਖਿਆਲ ਹੁੰਦੇ ਨੇ, ਭਰਮ ਹੁੰਦੇ, ਦੁਚਿੱਤੀ ਹੁੰਦੀ ਆ, ਦਵੈਤ ਹੁੰਦੀ ਆ, ਉਹਨਾਂ ਸਾਰਿਆਂ ਨੂੰ ਖਤਮ ਕਰਕੇ ਇੱਕ ਅਕਾਲ ਪੁਰਖ ਪ੍ਰਭੂ ਦੇ ਨਾਲ ਇਸ ਮਨ ਨੂੰ ਜੋੜ ਲੈਂਦਾ ਹੈ। ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾਵਣਿਆ। ਨਿਰੰਕਾਰ ਜਿਨ੍ਹਾਂ ਦੇ ਉੱਤੇ ਨਦਰ ਕਰਦੇ ਨੇ, ਮਿਹਰ ਕਰਦੇ ਨੇ, ਰਹਿਮਤ ਕਰਦੇ ਨੇ, ਉਹੀ ਅਕਾਲ ਪੁਰਖ ਹਰੀ ਦੇ ਗੁਣ ਗਾਉਂਦੇ ਨੇ। ਨਦਰੀ ਸੱਚ ਸਮਾਵਣਿਆ। ਤੇ ਇਸੇ ਕਾਰਨ ਕਰਕੇ ਨਿਸ਼ਚੇ ਕਰ ਉਹਨਾਂ ਨੂੰ ਭਰੋਸਾ ਹੋ ਜਾਂਦਾ ਤੇ ਉਹ ਇਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦੇ ਗਾਉਂਦੇ ਅਡੋਲ ਤੇ ਸੱਚ ਦੇ ਵਿੱਚ ਸਮਾ ਜਾਂਦੇ ਨੇ। ਜਿਹੜੇ ਸੱਚ ਦੇ ਵਿੱਚ ਸਮਾ ਜਾਂਦੇ ਨੇ ਉਹਨਾਂ ਨੂੰ ਨਿਰੰਕਾਰ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ। ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਨੇਰੀ। ਇਹ ਵਾਹਿਗੁਰੂ ਨਿਰੰਕਾਰ ਆਪ ਜੀ ਦੀ ਰਹਿਮਤ, ਆਪ ਜੀ ਦੀ ਮਿਹਰ ਤਾਂ ਸਾਰਿਆਂ ਦੇ ਉੱਤੇ ਹੈ, ਕਿਸੇ ਥੋੜੀ ਆ, ਕਿਸੇ ਕਨੇਰੀ। ਹੁਣ ਇੱਥੇ ਜ਼ਰੂਰ ਖਿਆਲ ਕਰ ਲੈਣਾ ਚਾਹੀਦਾ ਆਪਾਂ ਨੂੰ, ਆਪਾਂ ਉਹਨਾਂ ਦੇ ਵਿੱਚੋਂ ਇੱਕ ਹਾਂ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ। ਤੁਸੀਂ ਸ਼ਾਇਦ ਇਹ ਕਈ ਵਾਰ ਬਚਨ ਵੀ ਸੁਣਿਆ ਹੋਏਗਾ ਕਿ ਕੁਝ ਦੋ ਪ੍ਰਾਣੀ ਇੱਕ ਦਰਖਤ ਦੇ ਥੱਲੇ ਬੈਠੇ ਨੇ ਤੇ ਉਹ ਪਰਮਾਤਮਾ ਦੀ ਬੰਦਗੀ ਕਰਦੇ ਨੇ। ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ ਕਰਦੇ ਨੇ ਦੋ ਜਣੇ। ਇੱਥੇ ਭਾਵੇਂ ਤਿੰਨ ਵੀ ਕਹਿ ਸਕਦੇ ਪਰ ਆਪਾਂ ਦੋ ਰੱਖਦੇ ਹਾਂ। ਇੱਕ ਵਾਰ ਕੀ ਹੋਇਆ ਨਾ, ਇਧਰ ਦੀ ਕੋ ਮਹਾਤਮਾ ਜੀ ਲੰਘੇ ਜਿਹੜੇ ਕਿ ਕਿਸੇ ਰੂਪ ਦੇ ਵਿੱਚ, ਮੈਂ ਤਾਂ ਇਦੋਂ ਅਨੁਭਵ ਕਰਦਾ ਉਹਨਾਂ ਵੀ ਅਕਾਲ ਪੁਰਖ ਉਹਦੇ ਆਏ ਉਹਨਾਂ ਦੇ ਨਾਲ ਕੋਈ ਗੱਲ ਕਰਨ ਵਾਸਤੇ। ਇੱਕ ਨੂੰ ਪੁੱਛਦੇ ਆ ਵੀ ਅਸੀਂ ਉਹ ਪਰਮਾਤਮਾ ਨੂੰ ਮਿਲਣ ਚੱਲੇ ਆ ਭਾਈ, ਤੁਹਾਡਾ ਕੋਈ ਸੁਖ ਸੁਨੇਹਾ, ਤੁਹਾਡਾ ਕੋਈ ਸੁਨੇਹਾ ਉਹ ਪਰਮਾਤਮਾ ਨੂੰ ਦਈਏ ਜਾਂ ਕੋਈ ਤੁਹਾਡਾ ਸਵਾਲ ਹੈ ਜਿਹੜਾ ਅਸੀਂ ਪਰਮਾਤਮਾ ਤੋਂ ਪੁੱਛੀਏ। ਜਿਹੜਾ ਪਹਿਲਾ ਸੀ ਦਰਖਤ ਦੇ ਥੱਲੇ ਬੈਠਾ ਉਹ ਆਖਣ ਲੱਗਾ, ਉਹ ਵਾਹਿਗੁਰੂ ਪਰਮਾਤਮਾ ਨੂੰ ਪੁੱਛੋ ਮੈਂ ਕਿੰਨਾ ਕੁ ਚਿਰ ਬੰਦਗੀ ਕਰਾਂ, ਕਿੰਨਾ ਕੁ ਚਿਰ ਹੋਰ ਮੈਂ ਸਮਾਂ ਬੰਦਗੀ ਕਰਨੀ ਹੈ ਜਿਹਦੇ ਨਾਲ ਆਪ ਜੀ, ਜਿਹਦੇ ਕਰਕੇ ਆਪ ਜੀ ਦੇ ਨਾਲ ਮਿਲਾਪ ਹੋ ਜਾਵੇ। ਆਖਣ ਲੱਗੇ ਠੀਕ ਹੈ। ਤੇ ਜਿਹੜਾ ਦੂਸਰਾ ਸੀ ਉਹਨੂੰ ਪੁੱਛਦਾ ਭਾਈ ਤੇਰਾ, ਆਖਣ ਲੱਗਾ ਇਹੀ ਸਵਾਲ ਮੇਰਾ ਆ, ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪੁੱਛੋ ਵੀ ਕਿੰਨਾ ਕੁ ਚਿਰ, ਕਿੰਨਾ ਸਮਾਂ ਅਸੀਂ ਇੱਥੇ ਬੈਠ ਕੇ ਅਜੇ ਇਹ ਨਿਰੰਕਾਰ ਦੀ ਤਪੱਸਿਆ ਕਰਨੀ ਜਦੋਂ ਕਿ ਉਹਦੇ ਨਾਲ ਸਾਡਾ ਮਿਲਾਪ ਹੋ ਜਾਵੇ। ਕਹਿੰਦੇ ਠੀਕ ਹੈ। ਤਾਂ ਕਹਿੰਦੇ ਤੁਸੀਂ ਵਾਪਸ ਕਦੋਂ ਆਉਣਾ? ਕਹਿੰਦੇ 2-3 ਦਿਨ ਬਾਅਦ ਆਵਾਂਗੇ ਭਾਈ। 2-3 ਦਿਨ ਬਾਅਦ ਇਹ ਬਖਸ਼ਿਆ ਹੋਇਆ ਜਦੋਂ ਫਿਰ ਦੁਬਾਰਾ ਇੱਧਰ ਹੀ ਲੰਘਣ ਲੱਗਾ ਤਾਂ ਉਹ ਆਖਣ ਲੱਗਾ ਪਹਿਲੇ ਨੂੰ, ਜਿਸ ਨੇ ਸਵਾਲ ਪਹਿਲਾਂ ਕੀਤਾ ਸੀ, ਆਖਣ ਲੱਗਾ, ਉਹ ਜਿਹੜਾ ਬੰਦਗੀ ਵਾਲਾ ਸੀ ਉਹ ਪੁੱਛਣ ਲੱਗਾ ਇਸ ਮਹਾਤਮਾ ਨੂੰ, ਆਖਣ ਲੱਗਾ ਮੇਰਾ ਸਵਾਲ ਕੀਤਾ? ਕਹਿੰਦੇ ਹਾਂ ਕੀਤਾ। ਤੇ ਉਹ ਕਹਿੰਦਾ ਉਹ ਕੀ ਕਹਿੰਦਾ? ਆਖਣ ਲੱਗਾ ਵੀ ਜਿੰਨੇ ਆਹ ਦਰਖਤ ਦੇ ਉੱਤੇ ਪੱਤੇ ਨੇ ਇੰਨੇ ਜਨਮ ਤੂੰ ਹੋਰ ਧਾਰਨ ਕਰੇਗਾ, ਧਾਰਨ ਕਰਕੇ ਬੰਦਗੀ ਇੰਨੇ ਜਨਮ ਕਰੇਗਾ ਤਾਂ ਫਿਰ ਤੇਰਾ ਮੇਰਾ ਮਿਲਾਪ ਹੋਵੇਗਾ। ਤਾਂ ਉਸਨੇ ਉਹ ਮਾਲਾ ਮਾਰੀ ਚੱਕ ਕੇ ਕਹਿੰਦਾ ਕਿਹੜਾ ਪੱਤੇ ਪਹਿਲਾਂ ਗਿਣੇ ਤਾਂ ਇੰਨੇ ਜਨਮ ਅਜੇ ਹੋਰ ਬੰਦਗੀ ਕਰਦਾ, ਫਿਰ ਇਹਦੇ ਨਾਲ ਨਾ ਕਰਨ ਤੋਂ ਠੀਕ ਹੈ। ਤੇ ਜਦੋਂ ਦੂਜੇ ਨੇ ਪੁੱਛਿਆ ਮੇਰਾ ਸਵਾਲ ਕੀਤਾ, ਆਖਣ ਲੱਗਾ ਹਾਂ ਕੀਤਾ। ਉਹ ਆਖਣ ਲੱਗਾ ਤੈਨੂੰ ਕੀ ਜਵਾਬ? ਕਹਿੰਦੇ ਉਹਨੂੰ ਵੀ ਉਹੀ ਆਖਦੇ ਵੀ ਆ ਜਿੰਨੇ ਦਰਖਤ ਦੇ ਪੱਤੇ ਨੇ ਇਹ ਸਾਰੇ ਪੱਤਿਆਂ ਜਿੰਨੇ ਤੂੰ ਜਨਮ ਧਾਰਨ ਕਰਕੇ ਬੰਦਗੀ ਕਰੇਗਾ ਫਿਰ ਤੇਰਾ ਮੇਰਾ ਮਿਲਾਪ ਹੋਵੇਗਾ। ਇਹ ਜਿਹੜਾ ਦੂਜਾ ਸੀ ਉੱਠ ਕੇ ਨੱਚਣ ਲੱਗ ਪਿਆ, ਗਾਉਣ ਲੱਗ ਪਿਆ ਆਨੰਦ ਦੇ ਵਿੱਚ। ਉਹ ਪੁੱਛਦਾ ਜਿਹੜਾ ਪਹਿਲਾ ਸੀ, ਕਹਿੰਦਾ ਆਖਣ ਲੱਗਾ ਉਹ ਇੱਕ ਦੇਖ ਪੱਤੇ ਤਾਂ ਅਣਗਿਣਤ ਨੇ ਭਈ ਤੂੰ ਖੁਸ਼ ਹੋਣ ਲੱਗ ਪਿਆ। ਆਖਣ ਲੱਗਾ ਘੱਟੋ ਘੱਟ ਮੈਂ ਉਹਦੀ ਨਿਗਾਹ ਦੇ ਵਿੱਚ ਤਾਂ ਹੈਗਾ ਨਾ, ਇੰਨੇ ਜਨਮ ਵੀ ਮੈਨੂੰ ਧਾਰਨ ਕਰਕੇ ਜੇ ਬੰਦਗੀ ਕਰਨੀ ਪੈ ਰਹੀ ਆ, ਘੱਟੋ ਘੱਟ ਮੇਰੀ ਬੰਦਗੀ ਉਹਨੂੰ ਪ੍ਰਵਾਨ ਹੋ ਰਹੀ ਆ, ਮੇਰੀ ਕੀਤੀ ਹੋਈ ਤਪੱਸਿਆ ਪ੍ਰਵਾਨ ਹੋ ਰਹੀ ਆ, ਮੈਂ ਉਹਦੀ ਨਜ਼ਰ ਦੇ ਵਿੱਚ ਹਾਂ। ਸੋ ਇਸ ਕਾਰਨ ਕਰਕੇ ਗੁਰਮੁਖ ਪਿਆਰਿਓ ਉਹਦੀ ਨਜ਼ਰ ਦੇ ਵਿੱਚ ਹਰ ਕੋਈ ਹੈ। ਤੇ ਭਾਵੇਂ ਇਸ ਤਰ੍ਹਾਂ ਹੋਵੇ ਅਸੀਂ ਭਾਵੇਂ ਸਾਡੇ ਉੱਤੇ ਥੋੜੀ ਹੀ ਨਜ਼ਰ ਗੁਰੂ ਜੀ ਕਰਦੇ ਨੇ ਪਰ ਕੀਤੀ ਤਾਂ ਹੈ ਤਾਂ ਉਹਦੇ, ਅਸੀਂ ਉਹਦੇ ਜ਼ਿਹਨ ਦੇ ਵਿੱਚ ਹਾਂ, ਉਹਦੀ ਯਾਦ ਦੇ ਵਿੱਚ ਹਾਂ ਨਾ।
ਪਿਤਾ ਹੀ ਮਹਾਰਾਜ ਕਹਿੰਦੇ ਆ ਸਭ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਝ ਤੇ ਬਾਹਰ ਕਿਛ ਨ ਹੋਵੇ ਗੁਰਮੁਖ ਸੋਜੀ ਪਾਵਣਿਆ। ਜਿਹੜੇ ਸਤਿਗੁਰ ਨੂੰ ਪਿਆਰੇ ਲੱਗਦੇ ਨੇ, ਪਿਆਰੇ ਹੋ ਗਏ ਨੇ ਜਿਹੜੇ ਸਤਿਗੁਰ ਦੇ ਗੁਰਮੁਖ, ਉਹਨਾਂ ਨੂੰ ਸੋਝੀ ਦੇ ਦਿੰਦੇ ਨੇ ਸਤਿਗੁਰ ਜੀ। ਤੇ ਉਹ ਵਾਰ-ਵਾਰ ਸਾਰਿਆਂ ਨੂੰ ਇਹ ਗੁਰੂ ਨੂੰ ਵੀ ਕਹਿੰਦੇ ਨੇ ਵੀ ਤੇਰੇ ਹੁਕਮ ਤੋਂ ਬਗੈਰ ਕੁਝ ਨਹੀਂ ਹੋ ਰਿਹਾ। ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ। ਇਹ ਸਿਧਾਂਤ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਦਾ, ਉਹ ਕਹਿੰਦੇ ਨੇ ਤਤ ਕਹਿੰਦੇ ਨੇ ਉਹਦਾ ਸਿਧਾਂਤ, ਔਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ, ਇਹ ਉਹਦਾ ਇੱਕ ਸਮਝ ਲਓ ਵੀ ਵਾਹਿਗੁਰੂ ਦਾ ਸਿਧਾਂਤ ਜਿਹੜਾ ਹੈ। ਆਪਾਂ ਮੈਂ ਉਹਦੇ ਇੱਕ ਹੋਰ ਅਰਥ ਵੀ ਟੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੇ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਤੇਰਾ ਇਹ ਸਿਧਾਂਤ ਹੈ ਗੁਰਮੁਖ ਤਤ ਤਤ ਹੈ ਵਿਚਾਰਾ, ਗੁਰਮੁਖ ਤਤ ਹੈ ਵਿਚਾਰਾ। ਵਾਹਿਗੁਰੂ ਜੀ ਹਾਂ, ਤਤ ਕਹਿੰਦੇ ਇਹ ਅਸਲੀਅਤ ਨੂੰ ਵੀ, ਉਹਦਾ ਸਿਧਾਂਤ ਜਿਹੜਾ ਹੈ ਇਹ ਅਸਲੀ ਤਤ ਹੈ, ਇਹ ਸੱਚ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਨਿਰੰਕਾਰ ਕਿਰਪਾ ਕਰ ਦਿੰਦੇ ਨੇ ਉਸ ਨੂੰ ਉਹਦੀ ਅਸਲੀਅਤ ਨੂੰ ਪਛਾਣ ਲੈਂਦੇ ਨੇ। ਉਹਦਾ ਅਸਲੀਅਤ, ਉਹਦਾ ਸਿਧਾਂਤ, ਉਹਦਾ ਹੁਕਮ, ਉਹਦੀ ਰਜ਼ਾ ਜਿਹੜੀ ਹੈ। ਸੇ ਫਿਰ ਕੀ ਕਹਿੰਦੇ ਉਹ ਜੀਵ ਜਿਹੜੇ ਨੇ ਉਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਹੇ ਮਾਲਕ ਇਹ ਤਾਂ ਆਪ ਜੀ ਦੀ ਕਿਰਪਾ ਹੈ, ਆਪ ਜੀ ਦੀ ਰਜ਼ਾ ਹੈ ਵੀ ਕਿਹਦੇ ਉੱਤੇ ਨਜ਼ਰ ਕਿੰਨੀ ਤੁਸੀਂ ਕਰਨੀ, ਪਰ ਅੰਮ੍ਰਿਤ ਦੇ ਤੇਰੇ ਸਾਰੇ ਭੰਡਾਰੇ ਭਰੇ ਹੋਏ ਨੇ। ਇਹ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਨਾਮ ਦੇ ਨਾਲ ਤੇਰੇ ਖਜ਼ਾਨੇ ਸਦਾ ਹੀ ਭਰਪੂਰ ਹਨ। ਬਿਨ ਸਤਿਗੁਰ ਸੇਵੈ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਦੀ ਸੇਵਾ ਤੋਂ ਬਗੈਰ, ਇਹਦਾ ਮਤਲਬ ਸਤਿਗੁਰ ਦੇ ਗਿਆਨ ਤੋਂ ਬਗੈਰ ਉਹ ਕੁਝ ਨਹੀਂ ਸਾਨੂੰ ਪ੍ਰਾਪਤ ਹੋਣਾ। ਇਹ ਜੀਵਨ ਕਾਲ ਦੇ ਵਿੱਚ ਨਾਮ ਵੀ ਪ੍ਰਾਪਤ ਨਹੀਂ ਹੋਣਾ। ਸੋ ਇਸ ਕਰਕੇ ਸਤਿਗੁਰ ਦੀ ਸੇਵਾ ਸਭ ਤੋਂ ਪਹਿਲਾਂ ਆਪਾਂ ਬੰਦਗੀ ਹੀ ਰੱਖਣੀ ਆ। ਸਤਿਗੁਰ ਦੀ ਸੇਵਾ ਜਿਹੜੀ ਆ, ਚਾਹੇ ਅਸੀਂ ਕਿਸੇ ਰੂਪ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਈਏ, ਮੂਲ ਮੰਤਰ ਦਾ ਸ਼ੁਰੂ ਕਰ ਦਈਏ, ਪਰ ਕਰ ਜ਼ਰੂਰ ਦਈਏ। ਹੁਣ ਇਹ ਤੋਂ ਮਨ ਨੂੰ ਆਲਸ ਨਾ ਕਰੀਏ ਕਿ ਅਸੀਂ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਨਾ ਕਰੀਏ। ਜੇ ਸਤਿਗੁਰ ਦੀ ਵਡਿਆਈ ਕੀਤੇ ਤੋਂ ਬਗੈਰ ਭਾਈ ਆਪਾਂ ਨੂੰ ਕੁਝ ਨਹੀਂ ਪ੍ਰਾਪਤ ਹੋਣਾ। ਤੇ ਗੁਰ ਕਿਰਪਾ ਤੇ ਪਾਵਣਿਆ, ਔਰ ਜਿਹੜਾ ਨਾਮ ਹੈ ਫੇਰ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ, ਮਿਹਰ ਕਰਕੇ, ਗਿਆਨ ਦੇ ਖਜ਼ਾਨੇ ਖੋਲ ਕੇ ਉਹ ਨਾਮ ਦੀ ਬਖਸ਼ਿਸ਼ ਕਰ ਦਿੰਦੇ ਹਨ। ਸਤਿਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ। ਜਿਹੜੇ ਵਾਹਿਗੁਰੂ ਨਿਰੰਕਾਰ ਦੀ ਬੰਦਗੀ ਕਰਦੇ ਨੇ, ਸੇਵਾ ਕਰਦੇ ਨੇ, ਉਹੀ ਉਸ ਨੂੰ ਪਿਆਰੇ ਲੱਗਦੇ ਨੇ ਤੇ ਉਹੀ ਇਸ ਸੰਸਾਰ ਦੇ ਉੱਤੇ ਸ਼ੋਭਨੀਕ ਬਣਦੇ ਨੇ। ਉਹਨਾਂ ਨੂੰ ਇੱਥੇ ਆਦਰ ਮਾਣ ਮਿਲਦਾ। ਅੰਮ੍ਰਿਤ ਨਾਮ ਹੈ ਅੰਤਰ ਮਨ ਮੋਹੇ। ਅੰਮ੍ਰਿਤ ਉਹ ਜਿਹੜਾ ਸਦਾ ਅੰਮ੍ਰਿਤ ਰਹਿਣ ਵਾਲਾ ਨਾਮ ਹੈ, ਉਹ ਬਾਹਰੋਂ ਨਹੀਂ ਫਿਰ ਉਹਨਾਂ ਨੂੰ ਮਿਲਦਾ। ਭਾਈ ਦੁਕਾਨਾਂ ਤੋਂ ਨਹੀਂ ਖਰੀਦ ਸਕਦੇ ਉਹ, ਭਾਵੇਂ ਕਿੱਡੇ ਵੱਡੇ ਉਹ ਧਨਾੜ ਹੋਣ, ਤੇ ਨਾ ਹੀ ਉਹ ਦਰਖਤਾਂ ਦੇ ਉੱਤੋਂ ਤੋੜ ਸਕਦੇ ਨੇ, ਭਾਵੇਂ ਕਿਸ ਤਰ੍ਹਾਂ ਵੀ ਹੋਵੇ। ਪਰ ਉਹ ਤਾਂ ਅੰਦਰ ਬੈਠਾ, ਸਾਰਿਆਂ ਦੇ ਅੰਦਰ ਬੈਠਾ ਹੈ। ਉਹ ਵੀ ਅੰਦਰੋਂ ਹੀ ਮਨ ਦੇ ਨਾਲ ਜਿਸ ਲਈ ਮਨ ਨੂੰ ਨਾਮ ਦੇ ਵਿੱਚ ਜੋੜ ਲੈਂਦੇ ਨੇ, ਅੰਦਰੋਂ ਹੀ ਫਿਰ ਉਹ ਵਾਹਿਗੁਰੂ ਸੱਚੇ ਵਾਹਿਗੁਰੂ ਨਾਲ ਜੋੜ ਲੈਂਦੇ ਨੇ ਮਨ ਨੂੰ, ਤੇ ਉਸ ਲਈ ਫਿਰ ਅੰਦਰੋਂ ਹੀ ਇਹ ਨਾਮ ਪ੍ਰਗਟ ਹੋ ਜਾਂਦਾ ਹੈ। ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਨਾਵਣਿਆ। ਇਸ ਕਾਰਨ ਕਰਕੇ ਜਦੋਂ ਇਹ ਅੰਮ੍ਰਿਤ ਸਦਾ ਅਮਰ ਰਹਿਣ ਵਾਲਾ ਨਾਮ ਜਿਹੜਾ ਹੈ, ਉਹਦੀ ਕਿਰਪਾ ਦੇ ਨਾਲ ਮਨ ਟਿਕਾ ਦੇ ਵਿੱਚ ਆ ਗਿਆ, ਜਿਹੜਾ ਤਨ ਉਹ ਬਾਣੀ ਦੇ ਵਿੱਚ ਨਾਮ ਦੇ ਵਿੱਚ ਰੰਗਿਆ ਗਿਆ, ਅੰਮ੍ਰਿਤ ਸਹਿਜ ਸੁਭਾਅ ਬਣਿਆ, ਔਰ ਦੂਸਰਿਆਂ ਨੂੰ ਵੀ ਏਦੂ ਨਿਰੰਕਾਰ ਦਾ ਉਪਦੇਸ਼ ਸੁਣਾ ਕੇ ਪ੍ਰੇਰਨਾ ਦਿੰਦੇ ਨੇ ਵੀ ਭਾਈ ਇਹ ਦੁਰਲਭ ਜਨਮ ਨੂੰ ਸਫਲ ਕਰਨ ਵਾਸਤੇ ਕੋਈ ਹੀਲਾ ਵਸੀਲਾ ਕਰ ਲੈ। ਮਨ ਮੁਖ ਪੂਲਾ ਦੂਜੈ ਪਾਏ ਖੁਆਏ ਨਾਮ ਨ ਲੇਵੈ ਮਰੈ ਬਿਖ ਖਾਏ। ਜਿਹੜੇ ਸਤਿਗੁਰ ਦੇ ਕੋਲੋਂ ਟੁੱਟੇ ਨੇ, ਮਨਮੁਖ ਨੇ, ਉਹ ਤਾਂ ਇਦੋਂ ਸੰਸਾਰ ਦੇ ਉੱਤੇ ਭੁੱਲੇ ਹੋਏ ਨੇ। ਉਹਨਾਂ ਨੂੰ ਨਾ ਇੱਥੇ ਸਹੀ ਰਾਸਤਾ ਮਿਲਦਾ, ਉਹ ਭੁੱਲੇ ਵੀ ਇਸ ਰੂਪ ਦੇ ਵਿੱਚ ਨੇ ਕਿ ਉਹਨਾਂ ਦੇ ਅੰਦਰ ਹਨੇਰਾ ਹੈ, ਚਾਨਣ ਨਹੀਂ ਉਹਨਾਂ ਦੇ। ਸੋ ਇਸ ਕਾਰਨ ਕਰਕੇ ਕੀ ਹੁੰਦਾ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਉਹ ਨਾਮ ਲੈਂਦੇ ਨਹੀਂ, ਨਾ ਹੀ ਕਿਤੇ ਉਹ ਨਾਮ ਲੈਣ ਦਾ ਗਿਆਨ ਲੈਂਦੇ ਨੇ, ਉਹ ਫਿਰ ਜ਼ਹਿਰ ਹੀ ਖਾਂਦੇ ਰਹਿੰਦੇ ਨੇ।
ਜ਼ਹਿਰ ਰੂਪੀ ਵਸਤੂਆਂ ਖਾਂਦੇ ਰਹਿੰਦੇ ਹਨ। ਅਨ ਦਿਨ ਸਦਾ ਵਿਸਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਦਿਨ ਰਾਤ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ। ਸਮਝ ਲਓ ਉਹ ਗੰਦਗੀ ਦੇ ਵਿੱਚ ਉਹਨਾਂ ਦਾ ਹੀ ਜੀਵਨ ਜਿਹੜਾ ਇੱਥੋਂ ਬੇਅਰਥ ਜਾ ਰਿਹਾ ਹੈ। ਬਿਨ ਸੇਵਾ ਜਨਮ ਗਵਾਵਣਿਆ, ਇੱਥੇ ਨਿਰੰਕਾਰ ਦੇ ਨਾਮ ਦੀ ਸੇਵਾ ਜਾਂ ਹੋਰ ਸੇਵਾ ਨਹੀਂ ਕੀਤੀ, ਨਾ ਉਹਦਾ ਗਿਆਨ ਲਿਆ, ਤੇ ਇਸ ਕਾਰਨ ਕਰਕੇ ਉਹਨਾਂ ਦਾ ਜਿਹੜਾ ਜੀਵਨ ਹੈ ਜਿੱਦਾਂ ਖਾਲੀ ਆਏ ਉਦਾਂ ਹੀ ਖਾਲੀ ਇੱਥੋਂ ਚਲੇ ਗਏ। ਜਮਾਂ ਦੇ ਬਸ ਪੈਣਾ ਪੈਂਦਾ ਹੈ ਉਹਨਾਂ ਨੂੰ। ਅੰਮ੍ਰਿਤ ਪੀਵੈ ਜਿਸਨੋ ਆਪ ਪਿਆਏ, ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਇਹ ਅੰਮ੍ਰਿਤ ਜਿਹੜਾ ਸਾਡੇ ਅੰਦਰ ਨਿਰੰਕਾਰ ਨੇ ਵਸਾਇਆ ਹੋਇਆ, ਰੱਖਿਆ ਹੋਇਆ, ਜਿਹਦੇ ਉੱਤੇ ਕਿਰਪਾ ਕਰਦੇ ਉਹਨੂੰ ਹੀ ਆਪ ਪਿਆਉਂਦੇ ਹਨ। ਆਪ ਰਹਿਮਤ ਕਰਕੇ ਉਹਨੂੰ ਅੰਮ੍ਰਿਤ ਦਾ ਗਿਆਨ ਦੇ ਕੇ ਅੰਮ੍ਰਿਤ ਪਿਆਉਂਦੇ ਹਨ। ਗੁਰ ਪ੍ਰਸਾਦ ਸਹਿਜ ਲਿਵ ਲਾਏ, ਗੁਰੂ ਦੀ ਕਿਰਪਾ ਦੇ ਨਾਲ ਉਹ ਫਿਰ ਅਡੋਲ ਸਮਾਧੀ, ਅਡੋਲ ਧਿਆਨ ਨਿਰੰਕਾਰ ਦੇ ਸ਼ਬਦ ਦੇ ਵਿੱਚ ਹੀ ਜੋੜ ਕੇ ਰੱਖਦੇ ਹਨ। ਪੂਰਨ ਪੂਰ ਰਿਹਾ ਸਭ ਆਪੇ, ਗੁਰਮਤਿ ਨਦਰੀ ਆਵਣਿਆ। ਉਹ ਪੂਰਾ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਹਰ ਜਗ੍ਹਾ ਦੇ ਉੱਤੇ ਆਪ ਹੀ ਸਰਵ ਵਿਆਪਕ ਪੂਰਾ ਹੈ ਸਾਰਿਆਂ ਪਾਸੇ। ਗੁਰੂ ਦੇ ਗਿਆਨ ਦੇ ਨਾਲ ਉਸ ਗਿਆਨ ਨੂੰ ਹਾਸਲ ਕਰਕੇ ਇਸ ਕੁਦਰਤ ਦੇ ਵਿੱਚ ਉਹ ਪ੍ਰਮਾਤਮਾ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀ ਤਿਨ ਆਪੇ ਗੋਈ। ਆਪੇ ਆਪ ਨਿਰੰਜਨ ਸੋਈ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਹੀ ਸੁਤੰਤਰ ਹਨ। ਸੁਤੰਤਰ ਤੋਂ ਮਤਲਬ ਪੂਰੇ ਹਨ। ਉਹਨਾਂ ਵਰਗਾ ਹੋਰ ਦੁਨੀਆ ਤੇ ਕੋਈ ਨਹੀਂ। ਜੇ ਉਹ ਉਹਨਾਂ ਦੇ ਵਿੱਚ ਏਡੀ ਰਹਿਮਤ ਹੈ, ਉਹ ਏਦੂ ਉਹ ਸਮਰੱਥ ਇੰਨੇ ਨੇ, ਉਹ ਇਸ ਸੰਸਾਰ ਨੂੰ ਬਣਾਉਣ ਵਾਲੇ ਵੀ ਉਹ ਆਪ ਹੀ ਨੇ, ਤੇ ਸੰਸਾਰ ਨੂੰ ਗੋਈ ਦਾ ਮਤਲਬ ਸੰਸਾਰ ਨੂੰ ਇੱਥੋਂ ਜਦੋਂ ਕੋਈ ਜਿਹੜੇ ਜੀਵ ਦਾ ਖਾਤਮਾ ਹੋ ਜਾਂਦਾ, ਸਮਾਂ ਆ ਜਾਂਦਾ, ਲੈ ਕੇ ਜਾਣ ਵਾਲੇ ਵੀ ਉਹ ਆਪ ਹੀ ਹਨ। ਨਾਨਕ ਨਾਮ ਸਮਾਲ ਸਦਾ ਤੂੰ, ਸਹਜੇ ਸੱਚ ਸਮਾਵਣਿਆ। ਗੁਰੂ ਜੀ ਕਹਿੰਦੇ ਨੇ, ਇਹ ਪੁਰਸ਼ਾ ਉਸ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਸਦਾ ਸੰਭਾਲ ਕੇ ਰੱਖ, ਹਿਰਦੇ ਦੇ ਵਿੱਚ ਟਿਕਾ ਕੇ ਰੱਖ, ਜਿਹਦੀ ਕਿਰਪਾ ਦੇ ਨਾਲ ਤੂੰ ਅੰਤ ਵੇਲੇ ਉਸ ਨਾਮ ਦੀ ਕਿਰਪਾ ਦੇ ਨਾਲ ਤੂੰ ਸੱਚੇ ਪ੍ਰੀਤਮ ਦੇ ਵਿੱਚ ਸਮਾ ਜਾਵੇਂਗਾ। ਮਾਜ ਮਹਿਲਾ ਤੀਜਾ, ਸੇ ਸਚ ਲਾਗੇ ਜੋ ਤੁਧ ਪਾਏ, ਸਦਾ ਸਚ ਸੇਵੈ ਸਹਿਜ ਸੋ ਪਾਏ। ਉਹੀ ਇਦੂ ਸੱਚੇ ਨਾਮ ਦੇ ਨਾਲ ਲੱਗ ਸਕਦੇ ਨੇ ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੁੰਦੀ। ਪਰ ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੋ ਜਾਂਦੀ, ਸੱਚੇ ਨਾਮ ਦੇ ਲੱਗ ਜਾਂਦੇ, ਉਹ ਤੈਨੂੰ ਪਿਆਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ, ਭਾ ਜਾਂਦੇ ਨੇ, ਤੈਨੂੰ ਪਿਆਰੇ ਲੱਗਣੇ ਸ਼ੁਰੂ ਹੁੰਦੇ ਨੇ। ਸਦਾ ਸੱਚ ਸੇਵੇ ਸਹਿਜ ਸੁਭਾਏ, ਫਿਰ ਅਡੋਲਤਾ ਦੇ ਵਿੱਚ ਬੈਠ ਕੇ ਇੱਕ ਲਿਵ ਜੋੜ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਆਰਾਧਦੇ ਹਨ। ਸੱਚੇ ਸ਼ਬਦ ਸੱਚਾ ਸਾਲਾਹੀ, ਸੱਚੈ ਮੇਲ ਮਿਲਾਵਣਿਆ। ਉਹ ਸੱਚੇ ਸ਼ਬਦ ਦੇ ਕਿਰਪਾ ਦਾ ਸਦਕਾ ਜਦੋਂ ਉਹ ਸਤ ਸੰਗਤ ਦੇ ਵਿੱਚ ਬੈਠਦੇ ਨੇ, ਉਹ ਸੱਚੇ ਦੀ ਹੀ ਸਿਫਤ ਸਲਾਹ ਕਰਦੇ ਨੇ। ਪਰ ਇਸੇ ਰੂਪ ਦੇ ਨਾਲ ਉਹਨਾਂ ਦਾ ਜੀਵਨ ਰੰਗਿਆ ਜਾਂਦਾ। ਜਦੋਂ ਰੰਗਿਆ ਜਾਂਦਾ, ਭਾਈ ਸਵਾਸ ਪਵਿੱਤਰ ਹੋਣੇ ਸ਼ੁਰੂ ਹੋ ਜਾਂਦੇ ਨੇ, ਚੰਗੇ ਲੇਖ ਬਣਨੇ ਸ਼ੁਰੂ ਹੋ ਜਾਂਦੇ ਨੇ। ਅੰਤ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਜਿਹੜੇ ਵਿਰਲੇ ਨੇ ਗੁਰਮੁਖ ਪਿਆਰੇ, ਜਿਨ੍ਹਾਂ ਤੇ ਕਿਰਪਾ ਕਰਦੇ ਨੇ, ਉਹਨਾਂ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ। ਹਉ ਵਾਰੀ ਜੀਓ ਵਾਰੀ, ਸੱਚ ਸਲਾਹਣਿਆ। ਜਿਹੜੇ ਸੱਚ ਦੀ ਉਹ ਵਾਹਿਗੁਰੂ ਦੇ ਸਿਫਤ ਸਲਾਹ ਦੇ ਵਿੱਚ ਲੱਗੇ ਨੇ, ਮੈਂ ਉਹਨਾਂ ਤੋਂ ਤਨ ਕਰਕੇ ਤੇ ਮਨ ਕਰਕੇ ਨਮਸਕਾਰ ਉਹਨਾਂ ਨੂੰ ਬੇਅੰਤ ਵਾਰੀ ਕਰਵਾਨ ਜਾਵਾਂ। ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ। ਜਿਹੜੇ ਸਦਾ ਹੀ ਸੱਚ ਧਿਆਉਂਦੇ ਹਨ ਤੇ ਸੱਚ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਮਜੀਠੇ ਰੰਗ ਦੇ ਵਿੱਚ, ਔਰ ਉਹ ਅੰਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਰਹਾਉ ਜੈ ਦੇਖਾਂ ਸੱਚ ਸਭਨੀ ਥਾਈ, ਗੁਰ ਪ੍ਰਸਾਦੀ ਮਨ ਵਸਾਈ। ਇਸ ਤਰ੍ਹਾਂ ਦੇ ਬਖਸ਼ੇ ਹੋਏ ਗੁਰੂ ਦੇ ਪਿਆਰੇ ਇੱਕ ਵਚਨ ਸਾਰੇ ਸੰਸਾਰ ਨੂੰ ਕਹਿੰਦੇ ਨੇ ਕਿ ਮੈਂ ਜਿੱਥੇ ਵੀ ਦੇਖਾਂ ਉੱਥੇ ਮੈਨੂੰ ਹਰ ਕੁਦਰਤ ਦੇ ਉਹ ਵਿੱਚ ਉਹਦੀ ਸ਼ਕਤੀ ਤੇ ਉਹ ਆਪ ਹੀ ਦਿਸਦੇ ਹਨ। ਗੁਰ ਪ੍ਰਸਾਦੀ ਮਨ ਵਸਾਈ, ਗੁਰੂ ਦੀ ਕਿਰਪਾ ਦੇ ਨਾਲ ਇਹ ਮੇਰੇ ਉੱਤੇ ਅਕਾਲ ਪੁਰਖ ਨੇ ਰਹਿਮ ਕਰਕੇ ਮੇਰੇ ਅੰਦਰ ਇਸ ਦਾ ਵਾਸਾ ਕਰ ਦਿੱਤਾ ਹੈ। ਤਨ ਸੱਚਾ ਰਸਨਾ ਸਭ,
ਨਹੀਂ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ। ਜਿਸ ਜੀਵ ਦੀ ਰਸਨਾ ਪਵਿੱਤਰ ਅਕਾਲ ਪੁਰਖ ਨਿਰੰਕਾਰ ਦੀ ਵਡਿਆਈ ਦੇ ਵਿੱਚ ਲੱਗ ਗਈ, ਉਸ ਰਸਨਾ ਜਿਹੜੀ ਪਵਿੱਤਰ ਹੋ ਗਈ, ਤੇ ਉਹਦੀ ਕਿਰਪਾ ਦੇ ਨਾਲ ਉਹ ਫਿਰ ਦਿਨ ਰਾਤ ਰਸਨਾ ਜਿਹੜੀ ਆ ਉਹ ਪ੍ਰੀਤਮ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਜਦੋਂ ਗੁਣ ਗਾਉਂਦੀ ਹੈ, ਸੱਚ ਸੁਣ ਆਖ ਵਿਖਾਵਣਿਆ, ਫਿਰ ਉਹ ਕੰਨਾਂ ਦੇ ਰਾਹੀਂ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਹੀ ਜੀਵ ਸੁਣਦਾ ਹੈ, ਤੇ ਅੱਖਾਂ ਦੇ ਨਾਲ ਉਹ ਹਰ ਜਗ੍ਹਾ ਦੇ ਉੱਤੇ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਵੇਖਦਾ ਹੈ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ। ਜਿਨ੍ਹਾਂ ਨੇ ਸਾਰੀਆਂ ਮਨਸਾ ਕਹਿੰਦੇ ਨੇ ਵਾਸ਼ਨਾ ਨੂੰ, ਜਿਨ੍ਹਾਂ ਨੇ ਸਾਰੀਆਂ ਵਾਸ਼ਨਾ ਮਾਰ ਕੇ ਉਹ ਇੱਕ ਅਕਾਲ ਪੁਰਖ ਦੇ ਨਾਲ ਆਪਣੀ ਵਿਰਤੀ ਨੂੰ ਜੋੜ ਲਿਆ, ਆਪਣੇ ਮਨ ਨੂੰ ਉਹਦੇ ਨਾਲ ਜੋੜ ਲਿਆ। ਇਨ ਮਨ ਡੀਟੀ ਸਭ ਆਵਣ ਜਾਣੀ। ਫਿਰ ਕੀ ਹੁੰਦਾ ਹੈ ਕਿ ਉਸ ਨੂੰ ਇਹ ਸਾਰਾ ਸੰਸਾਰ ਜੀਵ ਨੂੰ ਇਸ ਉਹ ਅਕਾਲ ਪੁਰਖ ਦੀ ਇੱਕ ਖੇਡ ਦਿਸਣੀ ਸ਼ੁਰੂ ਹੋ ਜਾਂਦੀ ਹੈ। ਅਸਚਰਜ ਖੇਡ ਕੇ ਸੰਸਾਰ ਸਾਰਾ ਆਉਣਾ ਜਾਣਾ ਹੀ ਹੈ। ਸਤਿਗੁਰ ਸੇਵੈ ਸਦਾ ਮਨ ਨਿਰਮਲ, ਨਿਜ ਕਰ ਵਾਸਾ ਪਾਵਣਿਆ। ਸੋ ਉਹ ਵਿਰਲੇ ਫਿਰ ਸਦਾ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਮਨ ਕਰਕੇ ਜੁੜੇ ਰਹਿੰਦੇ ਨੇ, ਤੇ ਉਹ ਨਿਜ ਘਰ, ਪੂਰੇ ਘਰ, ਅਸਲੀ ਘਰ, ਸੱਚੇ ਘਰ ਨੂੰ ਹਿਰਦੇ ਦੇ ਵਿੱਚ ਟਿਕਾ ਲੈਂਦੇ ਨੇ, ਤੇ ਉਹਨਾਂ ਨੂੰ ਸਤਿਗੁਰ ਕਿਰਪਾ ਕਰਕੇ ਸੱਚੇ ਘਰ ਦੇ ਵਿੱਚ ਵਸਨੀਕ ਉਹਨਾਂ ਨੂੰ ਬਣਾ ਲੈਂਦਾ ਹੈ। ਗੁਰ ਕੈ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਗੁਰੂ ਨੇ ਕਿਰਪਾ ਕਰ ਦਿੱਤੀ ਆਪਣੇ ਪਿਆਰੇ ਦੇ ਉੱਤੇ, ਉਸ ਨੂੰ ਸ਼ਬਦ ਹਿਰਦੇ ਦੇ ਵਿੱਚ ਹੀ ਦਿਖਾ ਦਿੱਤਾ, ਤੇ ਮੋਹ ਮਾਇਆ ਜਿਹੜਾ ਸੀ ਜਾਲ ਪਿਆ ਹੋਇਆ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਭ ਸ਼ਬਦ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਖਤਮ ਕਰ ਦਿੱਤਾ, ਜਾਲ ਦਿੱਤਾ। ਸੱਚੋ ਸੱਚਾ ਵੇਖ ਸਲਾਹੀ, ਗੁਰ ਸਬਦੀ ਸੱਚ ਪਾਵਣਿਆ। ਗੁਰੂ ਦੇ ਸੱਚੇ ਉਪਦੇਸ਼ ਦੇ ਰਾਹੀਂ ਉਹ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਿਹਾ ਜੀਵ ਹੈ। ਗੁਰ ਸ਼ਬਦੀ ਸੱਚ ਪਾਵਣਿਆ, ਉਹ ਹਰ ਜਗ੍ਹਾ ਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਸੱਚੇ ਨੂੰ ਸਹਲਾਉਂਦਾ ਤੇ ਵੇਖਦਾ ਹੈ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇ ਵਡ ਭਾਗੀ। ਜਿਹੜੇ ਸੱਚੇ ਨਾਮ ਦੇ ਵਿੱਚ ਰੰਗੇ ਗਏ, ਉਹ ਸਦਾ ਹੀ ਉਹਨਾਂ ਦੀ ਲਿਵ ਸੁਰਤੀ ਜਿਹੜੀ ਹੈ, ਜਿਹੜੀ ਚੇਤਨਾ ਹੈ ਉਹਨਾਂ ਦੀ, ਉਹ ਸਦਾ ਹੀ ਪ੍ਰਮਾਤਮਾ ਵਾਹਿਗੁਰੂ ਦੀ ਵਡਿਆਈ ਦੇ ਵਿੱਚ ਲੱਗੀ ਰਹਿੰਦੀ ਹੈ। ਹਰ ਨਾਮ ਸੰਭਾਲੇ ਸੇ ਵਡ ਭਾਗੀ। ਤੇ ਕੀ ਹੁੰਦਾ, ਉਹ ਹਰੀ ਪ੍ਰੀਤਮਾ ਦਾ ਨਾਮ, ਪ੍ਰੀਤਮ ਦਾ ਨਾਮ ਸਿਮਰਦੇ ਨੇ, ਰਾਧਦੇ ਨੇ, ਜਪਦੇ ਨੇ। ਇਹ ਜੀਵ ਫੇ ਵੱਡੇ ਭਾਗਾਂ ਵਾਲੇ ਇਹਦੋਂ ਸੰਸਾਰ ਦੇ ਉੱਤੇ ਵਡਿਆਈਆਂ ਪਾਉਂਦੇ ਹਨ। ਸੱਚੇ ਸ਼ਬਦ ਆਪ ਮਿਲਾਏ, ਸਤ ਸੰਗਤ ਸਚ ਗੁਣ ਗਾਵਣਿਆ। ਸੱਚੇ ਸ਼ਬਦ ਨੂੰ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਸ ਜੀਵ ਨੂੰ ਸ਼ਬਦ ਦੇ ਵਿੱਚ ਮਿਲਾ ਕੇ, ਫਿਰ ਕੀ ਹੁੰਦਾ, ਉਹ ਜਦੋਂ ਸੰਗਤ ਦੇ ਵਿੱਚ ਬਹਿੰਦਾ, ਸਤ ਸੰਗਤ ਦੇ ਵਿੱਚ ਬਹਿੰਦਾ ਜੀਵ, ਤਾਂ ਫਿਰ ਉਹ ਪ੍ਰੀਤਮ ਸੱਚੇ ਦੇ ਹੀ ਗੁਣ ਗਾਉਂਦਾ ਹੈ, ਸੱਚੇ ਬਾਰੇ ਗਿਆਨ ਸਾਰਿਆਂ ਨੂੰ ਦਿੰਦਾ। ਜੇ ਇਹ ਹੈ ਇੱਕ ਪਾਸੇ, ਹੁਣ ਆਪਾਂ ਇਹਦੇ ਅਰਥ ਇੱਕ ਹੋਰ ਪਾਸੇ ਦੀ ਕਰੀਏ। ਪਹਿਲਾਂ ਕਰੀਏ ਸਤ ਸੰਗਤ ਸੱਚ ਗੁਣ ਗਾਵਣ। ਜਿਹੜੇ ਸੱਚੀ ਸੰਗਤ ਦੇ ਵਿੱਚ ਬੈਠ ਕੇ ਉਹ ਪ੍ਰੀਤਮ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤਸਲਾਹ ਕਰਦੇ ਕਰਦੇ ਨਿਰਮਲ ਹੋ ਗਏ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਕਿਰਪਾ ਦੇ ਨਾਲ ਆਪ ਅਕਾਲ ਪੁਰਖ ਦੇ ਵਿੱਚ ਜਾ ਕੇ ਹੀ ਮਿਲ ਜਾਂਦੇ ਨੇ। ਅਕਾਲ ਪੁਰਖ ਨੂੰ ਆਪਣੇ ਵਿੱਚ ਹੀ ਮਿਲਾ ਲੈਂਦਾ ਹੈ। ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ, ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ। ਭਾਈ ਕਹਿੰਦੇ ਹਿਸਾਬ ਕਿਤਾਬ ਤਾਂ ਕਰੀਏ ਜੇ ਉਹ ਹਿਸਾਬ ਕਿਤਾਬ ਦੇ ਵਿੱਚ ਆਪ ਖੁਦ ਆਉਂਦਾ ਹੋਵੇ। ਨਿਰੰਕਾਰ ਵਾਹਿਗੁਰੂ ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦਾ, ਤੇ ਇਸ ਕਾਰਨ ਕਰਕੇ ਉਹਦੇ ਲੇਖਾ ਦੇ ਵਿੱਚ ਵੀ ਨਹੀਂ ਉਸ ਨੂੰ ਪੜ੍ਹਨਾ ਚਾਹੀਦਾ। ਹੁਣ ਹਿਸਾਬ ਦੇ ਵਿੱਚ ਨਹੀਂ ਪੜ੍ਹਨਾ ਚਾਹੀਦਾ ਭਈ ਚਲੋ ਅੱਜ ਆਪਾਂ 31 ਮਾਲਾ ਵਾਹਿਗੁਰੂ ਦੀਆਂ ਕਰ ਲਈਆਂ, ਇੱਕ ਮਾਲਾ ਆਪਾਂ ਮੂਲ ਮੰਤਰ ਦੀ ਕਰ ਲਈ, ਇਹ ਹਿਸਾਬ ਕਿਤਾਬ ਹੋ ਗਿਆ। 1.25 ਲੱਖ ਜਪਜੀ ਸਾਹਿਬ ਦਾ ਪਾਠ ਕਰ ਲਿਆ, ਜਾਂ ਹਟ ਕਰਕੇ ਅਸੀਂ ਇਹ ਕਹਿ ਲਿਆ ਵੀ ਅਸੀਂ ਸਾਲ ਦੇ ਵਿੱਚ 12 ਸਹਿਜ ਪਾਠ ਜ਼ਰੂਰ ਕਰਨੇ ਹਰ ਮਹੀਨੇ ਦੇ ਵਿੱਚ। ਕਹਿੰਦੇ ਲੇਖੇ ਜੋਖੇ ਦੇ ਵਿੱਚ ਹਿਸਾਬ ਕਿਤਾਬ ਦੇ ਵਿੱਚ ਪ੍ਰਮਾਤਮਾ ਨਹੀਂ ਮਿਲਦਾ, ਨਾ ਪ੍ਰਮਾਤਮਾ ਲੇਖੇ ਹਿਸਾਬ ਦੇ ਵਿੱਚ ਆਉਂਦਾ ਹੈ। ਉਹ ਅਗੰਮ ਹੈ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ, ਉਹ ਅਗੰਮ ਜਿਹੜਾ ਮਤਲਬ ਇਹਦਾ ਕਿ ਉਹ ਕਿਸੇ ਦੇ ਵੀ ਉਹ ਅਧੀਨ ਨਹੀਂ ਹੈ, ਉਹ ਅਗੰਮ ਹੈ। ਸੋ ਇਸ ਕਾਰਨ ਕਰਕੇ ਉਹ ਅਗੋਚਰ ਹੈ। ਹੁਣ ਜਿੱਥੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਅਗੰਮ ਅਗੋਚਰ ਦੋਨੋਂ ਇਕੱਠੇ ਹੀ ਆਉਂਦੇ ਨੇ ਹਰ ਵੇਲੇ।
ਜਿਸ ਲਈ ਅਗੰਮ ਤੇ ਗੋਚਰ ਇਕੱਠੇ ਆਣਗੇ ਫਿਰ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਉਹ ਅਪਹੁੰਚ ਹੈ। ਅਜੇ ਭਾਵੇਂ ਇੱਥੇ ਅਗੰਮ ਲਿਖਿਆ ਮਹਾਰਾਜ ਨੇ ਅਪਹੁੰਚ ਹੈ, ਪਰ ਜਿਹਦੇ ਉੱਤੇ ਕਿਰਪਾ ਕਰਦਾ ਉਹਨੂੰ ਆਪਣੇ ਵਿੱਚ ਵੀ ਮਿਲਾ ਲੈਂਦਾ ਵੀ ਭਾਈ ਇਹ ਖਿਆਲ ਕਰਕੇ ਜ਼ਰੂਰ ਦੇਖ ਲਿਓ। ਭਾਵੇਂ ਇਹਦੇ ਅਰਥ ਇਸ ਰੂਪੀ ਨਹੀਂ ਹਨ, ਪਰ ਮੈਂ ਬੇਨਤੀ ਇਹ ਕਰ ਰਿਹਾ ਵੀ ਇਹ ਵੀ ਨਾਲ ਆਪਾਂ ਨੂੰ ਸਾਡੀ ਚੇਤਨਾ ਦੇ ਵਿੱਚ ਹੋਣਾ ਚਾਹੀਦਾ, ਜਿਹਦੇ ਉੱਤੇ ਕਿਰਪਾ ਕਰ ਦਿੰਦਾ। ਕਿਰਪਾ ਸਾਰਿਆਂ ਤੇ ਹੀ ਹੈ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਵਚਨ ਕਰ ਰਿਹਾ ਹੈ ਆਪਣੇ ਕਿਰਪਾ ਦੇ, ਤੇ ਉਹ ਜਿਹੜਾ ਲੇਖੇ ਜੋਖੇ ਦੇ ਵਿੱਚ ਫਿਰ ਨਹੀਂ ਕਰ, ਲੇਖਾ ਜੋਖਾ ਨਹੀਂ ਕਰਦਾ ਨਾ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਨੇ ਕਿ ਉਹ ਉਸ ਬੰਦੇ ਨੂੰ ਗਿਆਨ ਹੋ ਜਾਂਦਾ ਕਿ ਉਹ ਪਹੁੰਚ ਹੈ ਭਾਈ, ਅਗੋਚਰ ਹੈ, ਜਿਸ ਤੱਕ ਗਿਆਨ ਇੰਦਰੀਆਂ ਸਾਡੀਆਂ ਨਹੀਂ ਪਹੁੰਚ ਸਕਦੀਆਂ। ਤੇ ਉਹ ਸ਼ਬਦ ਦੀ ਕਿਰਪਾ ਦੇ ਨਾਲ, ਮਿਹਰ ਦੀ ਜਦੋਂ ਕਿਰਪਾ ਕਰਦਾ ਸਤਿਗੁਰ, ਸ਼ਬਦ ਪ੍ਰਗਟ ਹੋ ਜਾਂਦਾ। ਇਹ ਸ਼ਬਦ ਦੇ ਰਾਹੀਂ ਹੀ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਰੂਪ ਹੈ ਉਹਦਾ ਸਾਨੂੰ ਸਮਝ ਆਉਂਦੀ ਹੈ। ਅਨ ਦਿਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨ ਕੀਮਤ ਪਾਵਣਿਆ। ਵਾਹਿਗੁਰੂ ਕਹਿੰਦੇ ਨੇ ਦਿਨ ਰਾਤ ਉਹ ਸੱਚੇ ਸ਼ਬਦ ਦੇ ਨਾਲ ਪਿਆਰੇ ਜੁੜੇ ਰਹਿੰਦੇ ਨੇ, ਸਿਫਤ ਸਲਾਹ ਕਰਦੇ ਨੇ, ਹੋਰ ਕੋਈ ਨਾ ਕੀਮਤ ਪਾਵਣਿਆ। ਹੋਰ ਕਿਸੇ ਤਰ੍ਹਾਂ ਵੀ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਇਸ ਕਰਕੇ ਪਰਮਾਤਮਾ ਦੇ ਬਰੋਬਰ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਉਹ ਨਿਰੰਕਾਰ ਸਿਫਤ ਸਲਾਹ ਹੀ ਕਰ ਕਰਕੇ ਅਸੀਂ ਉਹਦੇ ਤੱਕ ਪਹੁੰਚ ਸਕਦੇ ਹਾਂ। ਪੜ ਪੜ ਥਾਕੇ ਸ਼ਾਂਤ ਨ ਆਈ, ਤਿਰਸਨਾ ਜਾਲੈ ਸੁਧ ਨ ਕਾਈ। ਬੜੇ ਸੰਸਾਰ ਦੇ ਉੱਤੇ ਜੀਵ ਹੋਏ ਨੇ ਜਿਨ੍ਹਾਂ ਨੇ ਗਿਆਨ ਦੇ ਗ੍ਰੰਥ ਪੜ੍ਹੇ ਨੇ, ਪਰ ਉਹਨਾਂ ਨੂੰ ਸ਼ਾਂਤੀ ਨਹੀਂ ਆਈ। ਸਗਾ ਮੈਂ ਤਾਂ ਇਹ ਵੀ ਦੇਖਿਆ ਹੈ ਕਿ ਜਿਨ੍ਹਾਂ ਨੇ ਜਿੱਦਾਂ ਗਿਆਨ ਜ਼ਿਆਦਾ ਇਕੱਠਾ ਸ਼ੁਰੂ ਕਰਨਾ ਲੱਗ ਪਿਆ, ਉਹਨਾਂ ਦੇ ਅੰਦਰ ਭਰਮ ਵੀ ਬੜੇ ਖੜੇ ਹੋ ਗਏ, ਸਵਾਲ ਵੀ ਬੜੇ ਖੜੇ ਹੋ ਗਏ। ਸਤਿਗੁਰ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਸਤਿਗੁਰ ਦੇ ਨਾਲੋਂ ਜ਼ਿਆਦਾ ਸੁਚੇਤ ਹੋ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇੱਥੇ ਆਣ ਕੇ ਉਹਨਾਂ ਦੀ ਗੱਲ ਕਰਦੇ ਨੇ ਵੀ ਜਾਣ ਕੇ ਪੜ ਗੱਡੀ ਲੱਦ ਗਿਆ, ਬੜਾ ਪੜਿਆ, ਬੜਾ ਗਿਆਨ ਇਕੱਠਾ ਕੀਤਾ, ਪਰ ਸ਼ਾਂਤੀ ਨਹੀਂ ਆਈ। ਸਗਾ ਭਰਮ ਵੱਧੇਗਾ, ਵਿਕਾਰ ਵੱਧੇਗਾ, ਤ੍ਰਿਸ਼ਨਾ ਜਾਲੇ ਸੁਧ ਨ ਕਾਈ। ਅਜੇ ਤੱਕ ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਜਲੀ ਜਾ ਰਹੇ ਨੇ, ਸੜ ਰਹੇ ਨੇ। ਇਸ ਕਰਕੇ ਪ੍ਰਭੂ ਦੀ ਉਹਨਾਂ ਨੂੰ ਕੋਈ ਸੋਝੀ ਨਹੀਂ ਆਉਂਦੀ। ਤ੍ਰਿਸ਼ਨਾ ਮਾਇਆ ਦੀ ਵੀ ਹੋ ਸਕਦੀ, ਪਦਾਰਥਾਂ ਦੀ ਵੀ ਹੋ ਸਕਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਪ੍ਰਮਾਤਮਾ ਵਾਹਿਗੁਰੂ ਦੀ ਕੋਈ ਸੋਝੀ ਨਹੀਂ ਆਉਂਦੀ। ਬਿਖ ਬਿਹਾਜੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣਿਆ। ਇੱਥੇ ਵਿਖ ਜਿਹੜੀ ਹੈ ਸਤਿਗੁਰਾਂ ਨੇ ਮਾਇਆ ਨੂੰ ਆਖਿਆ ਹੈ। ਕਹਿੰਦੇ ਇਹ ਵਿਖ ਹੀ ਇਕੱਠੀ ਕਰੀ ਜਾਂਦੇ ਨੇ, ਮਾਇਆ ਇਕੱਠੀ ਕਰੀ ਜਾਂਦੇ, ਜਿਹੜੇ ਕਿਤੇ ਵੀ ਸਕਦੇ ਇਹਨਾਂ ਦੇ ਕੰਮ ਨਹੀਂ ਆਉਣੇ। ਔਰ ਵਿਖ ਮੋਹ ਪਿਆਸੇ, ਇਹ ਮਾਇਆ ਦੇ ਮੋਹ ਦੇ ਵਿੱਚ ਇੰਨੇ ਫਸੇ ਰਹਿੰਦੇ ਨੇ, ਹਰ ਵੇਲੇ ਪਿਆਸੇ ਰਹਿੰਦੇ ਨੇ, ਮੇਰੀ ਮੇਰੀ ਮੇਰੀ, ਆ ਵੀ ਹੋ ਜਾਵੇ, ਜੇ ਵੀ ਹੋ ਜਾਵੇ। ਕਈ ਐਸੇ ਸੰਸਾਰ ਤੇ ਅੱਜ ਵੀ ਤੁਸੀਂ ਜੀਵ ਦੇਖੋਗੇ ਜਿਹੜੇ ਉਹਨਾਂ ਦੀ ਦੌੜ ਲੱਗੀ ਹੋਈ ਕਿ ਮੈਂ ਸੰਸਾਰ ਦੇ ਉੱਤੇ ਸਭ ਤੋਂ ਜ਼ਿਆਦਾ ਅਮੀਰ ਬਣ ਜਾਵਾਂ, ਮੈਂ ਸਭ ਤੋਂ ਜ਼ਿਆਦਾ ਅਮੀਰ ਬਣ ਜਾਵਾਂ। ਉਹ ਫੇਰ ਇੰਨੇ ਪਾਪ ਕਰਦੇ ਨੇ ਭਾਈ, ਉਹਨਾਂ ਨੂੰ ਪਾਪਾਂ ਦਾ ਗਿਆਨ ਵੀ ਨਹੀਂ ਵੀ ਜਿਹੜੇ ਪਾਪ ਅਸੀਂ ਕਰਦੇ ਹਾਂ ਸੰਸਾਰ ਤੇ ਸਭ ਤੋਂ ਅਮੀਰ ਬਣਨ ਦੀ ਖਾਤਰ, ਅੰਤ ਦੇ ਉੱਤੇ ਸਾਨੂੰ ਕੁੰਭੀ ਨਰਕਾਂ ਦੇ ਵਿੱਚ ਜਾਣਾ, ਵਿਸਟਾ ਦੇ ਵਿੱਚ ਸਾਡਾ ਵਾਸਾ ਹੋਣਾ। ਇੱਥੇ ਵੀ ਉਹਨਾਂ ਨੂੰ ਦਿਨ ਰਾਤ ਚਿੰਤਾ ਸਤਾਉਂਦੀ ਵੀ ਅਸੀਂ ਕਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਅਮੀਰ ਬਣ ਜਾਈਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਇਸੇ ਤਰ੍ਹਾਂ ਫਿਰ ਵਿਆਕਲ ਹੋ ਕੇ, ਪਿਆਸੇ ਹੋ ਕੇ ਨੱਠੇ ਭੱਜੇ ਫਿਰਦੇ ਨੇ। ਕੂੜ ਬੋਲ ਬਿਖ ਖਾਵਣਾ, ਬੜਾ ਕਹਿੰਦੇ ਝੂਠ ਮਾਰਦੇ ਨੇ, ਬੜੀਆਂ ਚਤਰਾਈਆਂ ਦੇ ਨਾਲ ਉਹ ਗਰੀਬਾਂ ਦੇ ਗਲਾਂ ਦੇ ਉੱਤੇ ਅੰਗੂਠੇ ਰੱਖ ਕੇ ਉਹਨਾਂ ਦੇ ਕੋਲੋਂ ਖੋਹਣ ਲਈ ਤੁਰੇ ਫਿਰਦੇ ਰਹਿੰਦੇ ਵੀ ਅਸੀਂ ਦੁਨੀਆ ਦੇ ਨੰਬਰ 1 ਅਮੀਰ ਬਣ ਜਾਈਏ। ਤੇ ਕਰਦੇ ਕੀ ਆ, ਕਹਿੰਦੇ ਉਹ ਝੂਠ ਬੋਲ ਕੇ ਜ਼ਹਿਰ ਹੀ ਖਾਈ ਜਾਂਦੇ ਨੇ, ਹਰ ਵੇਲੇ ਜ਼ਹਿਰ ਹੀ ਪੀਂਦੇ ਰਹਿੰਦੇ ਹਨ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਗੁਰੂ ਦੀ ਕਿਰਪਾ ਦੇ ਨਾਲ ਉਹ ਇੱਕੋ ਵਾਹਿਗੁਰੂ ਪਰਮਾਤਮਾ ਨੂੰ ਅਸੀਂ ਜਾਣ ਲਈਏ। ਤੇ ਜਿਹੜਾ ਗੁਰਮੁਖ ਜੁੜਿਆ ਹੋਇਆ ਉਹ ਕਹਿੰਦਾ ਵੀ ਮੈਂ ਗੁਰੂ ਦੀ ਕਿਰਪਾ ਦੇ ਨਾਲ ਮੈਂ ਇੱਕ ਨੂੰ ਹੀ ਜਾਣਦਾ ਹਾਂ, ਇਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਦੂਜਾ ਮਾਰ ਮਨ ਸਾਚ ਸਮਾਣਾ, ਜਿਹੜੇ ਦੋ ਚਿੱਤੀ ਦੇ ਵਿੱਚ ਭਰਮ ਦੇ ਵਿੱਚ ਵੀ ਕਿਤੇ ਕਿਤੇ ਮਨ ਜੇ ਚਲੇ ਜਾਂਦਾ। ਹੁਣ ਇਦਾਂ ਅਰਦਾਸ ਕਰਦੇ ਆ ਵੀ ਉਹ ਇੱਕ ਤੱਤ, ਪਰ ਅਰਦਾਸ ਸਾਡੀ ਸਤਿਗੁਰ ਦੇ ਚਰਨਾਂ 'ਚ ਪ੍ਰਵਾਨ ਨਹੀਂ ਹੁੰਦੀ। ਪਰ ਫਿਰ ਅਸੀਂ ਸਾਡੇ ਵਿੱਚ ਧੀਰਜ ਨਹੀਂ ਹੈ, ਸਾਡੇ ਵਿੱਚ ਸੰਤੋਖ ਨਹੀਂ, ਅਸੀਂ ਫਿਰ ਹੋਰ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੰਦੇ ਹਾਂ। ਤੇ ਜਿਹੜੇ ਵੀ ਜਿਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਭਾਈ ਵੀ ਉਹ ਦੂਸਰੇ ਪਾਸੇ ਨਹੀਂ ਜਾਂਦੇ, ਉਹ ਫਿਰ ਨਿਸ਼ਚਾ ਕਰਕੇ ਬਹਿ ਜਾਂਦੇ ਨੇ ਵੀ ਨਿਰੰਕਾਰ ਸੱਚੇ ਪਾਤਸ਼ਾਹ ਰਹਿਮਤ ਕਰਨਗੇ ਤੇ ਵੀ ਆਪ ਹੀ
ਇਸ ਮੇਰੀ ਅਰਦਾਸ ਨੂੰ ਫਲ ਜ਼ਰੂਰ ਲਾਉਣਗੇ। ਸੋ ਉਹ ਕੀ ਕਰਦੇ ਨੇ, ਉਹ ਮਨ ਦੇ ਵਿੱਚੋਂ ਦਵੈਤ ਨੂੰ ਮਾਰ ਕੇ ਸੱਚ ਦੇ ਵਿੱਚ ਸਮਾ ਜਾਂਦੇ ਹਨ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਦੇ ਅੰਦਰ ਇੱਕੋ ਹੀ ਨਾਮ ਚੱਲ ਰਿਹਾ ਭਾਈ, ਇੱਕੋ ਹੀ ਨਾਮ ਟਿਕਿਆ ਹੋਇਆ। ਉੱਥੇ ਵੀ ਦੋ ਨਾਂ ਨਹੀਂ, ਇੱਕੋ ਹੀ ਹੈ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਅਸੀਂ ਇਸ ਨੂੰ ਪਾ ਸਕਦੇ ਹਾਂ। ਮਾਜ ਮਹਿਲਾ ਤੀਜਾ, ਵਰਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੈ ਫਿਰ ਪਵੈ ਕਨੇਰੇ। ਵਰਨ ਕਹਿੰਦੇ ਨੇ ਚਾਰ ਵਰਨ ਜਿਹੜੇ ਮਨੂ ਦੀ ਸਿਮਰਤੀ ਦੇ ਵਿੱਚ ਹੈ, ਖੱਤਰੀ ਬ੍ਰਾਹਮਣ ਸੂਦ ਵੈਸ। ਤੇ ਮਾਲਕ ਨੇ ਇਹ ਵਰਨਾਂ ਦਾ ਗਾਹਾਂ ਜਾ ਕੇ ਗਿਆਨ ਵੀ ਆਪਾਂ ਨੂੰ ਦੇਣਾ। ਕਹਿੰਦੇ ਇਹ ਜਿਹੜੇ ਚਾਰੇ ਵਰਨ ਨੇ ਇਹ ਵੀ ਤੇਰਾ ਹੀ ਰੂਪ ਹੈ, ਇਹਨਾਂ ਵਿੱਚ ਵੀ ਤੁਸੀਂ ਹੀ ਵਰਤ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ। ਪਰ ਹੁੰਦਾ ਕੀ ਹੈ, ਮਰ ਮਰ ਜੰਮੇ ਫਿਰ ਪਾਵੇ ਕਨੇਰੇ। ਇਸ ਕਾਰਨ ਕਰਕੇ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਇਹਦੂ ਚੀਜ਼ ਨੂੰ ਪਹਿਚਾਣਦੇ ਨਹੀਂ ਤੇ ਪ੍ਰਮਾਤਮਾ ਦੇ ਨਾਲ ਜੁੜਦੇ ਨੇ, ਭਾਵੇਂ ਉਹ ਇਹ ਚੌਹਾਂ ਵਰਨਾਂ ਦੇ ਵਿੱਚ ਹੀ ਹੁੰਦੇ ਨੇ। ਫਿਰ ਉਹ ਸੰਸਾਰ ਦੇ ਉੱਤੇ ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਵਾਰ-ਵਾਰ ਬਹੁਤ ਉਹਨਾਂ ਨੂੰ ਆਉਣ ਜਾਣ ਦੇ ਗੇੜੇ ਪੈ ਰਹਿੰਦੇ ਹਨ। ਤੂੰ ਏਕੋ ਨਿਹਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਤੂੰ ਇੱਕੋ, ਬਾਕੀ ਸਾਰਾ ਸੰਸਾਰ ਆਉਣ ਜਾਣ ਵਾਲਾ ਹੈ। ਤੁਸੀਂ ਇੱਕ ਹੋ ਜਿਹੜੇ ਨਿਹਚਲ ਹੋ, ਜਿਹੜੇ ਅਟਲ ਸਚਾਈ ਹੋ, ਜਿਨ੍ਹਾਂ ਨੂੰ ਨਾ ਕਾਲ ਦਾ ਤੇ ਨਾ ਸਮੇਂ ਦਾ ਕੋਈ ਫਿਕਰ ਨਹੀਂ ਹੈ। ਤੁਸੀਂ ਇਹਨਾਂ ਦੇ ਅਧੀਨ ਨਹੀਂ ਹੋ। ਤੁਸੀਂ ਅਟਲ ਹੋ, ਅਚਲ ਹੋ, ਸਚਾਈ ਹੋ, ਸਦਾ ਥਿਰ ਰਹਿਣ ਵਾਲੇ ਹੋ। ਅਗੰਮ ਅਪਾਰਾ, ਤੁਸੀਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰ ਰਹੇ ਹੋ। ਗੁਰਮਤੀ ਬੂਝ ਬੁਝਾਵਣਾ, ਜਿਹੜੇ ਤੁਸੀਂ ਅਚਲ ਹੋ, ਅਗੰਮ ਹੋ, ਅਪਾਰ ਹੋ, ਜਿਹਦਾ ਆਦ ਅੰਤ ਨਹੀਂ ਪਾਇਆ ਜਾ ਸਕਦਾ। ਆਪ ਦੇ ਕੋਲੋਂ ਗਿਆਨ ਲੈ ਕੇ ਤੇਰਾ ਪਿਆਰਾ ਬਣ ਕੇ ਉਹ ਇਸ ਨੂੰ ਪਛਾਣ ਲੈਂਦਾ ਹੈ। ਹਉ ਵਾਰੀ ਜਿਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਮੈਂ ਕੁਰਬਾਨ ਜਾਵਾਂ, ਬਲਿਹਾਰੇ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਰਮੇ ਹੋਏ ਹਰ ਸੰਸਾਰ ਦੀ ਵਸਤੂ ਦੇ ਵਿੱਚ ਰਮੇ ਹੋਏ ਰਾਮ ਨੂੰ ਪਹਿਚਾਣ ਲਿਆ, ਰਮੇ ਹੋਏ ਰਾਮ ਨੂੰ ਹਰ ਵਸਤੂ ਦੇ ਵਿੱਚ ਦੇਖਿਆ ਤੇ ਉਸ ਦੇ ਨਾਮ ਨੂੰ ਹਿਰਦੇ ਦੇ ਵਿੱਚ ਅਡੋਲਤਾ ਨਾਲ ਟਿਕਾ ਲਿਆ, ਵਸਾ ਲਿਆ। ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬੁਝਾਵਣਿਆ। ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਕੋਈ ਰੂਪ ਤੇ ਕੋਈ ਰੇਖਾ ਵੀ ਨਹੀਂ। ਸੀਮਾ, ਰੇਖਾ ਦਾ ਮਤਲਬ ਹੁੰਦਾ ਸੀਮਾ, ਤੇ ਵਰਣ ਵੀ ਕੋਈ ਨਹੀਂ। ਨਾ ਉਹ ਖੱਤਰੀ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਸੂਦ ਹੈ, ਨਾ ਉਹ ਵੈਸ ਹੈ। ਚਾਰ ਹੀ ਵਰਣ ਗਿਣੇ ਗਏ ਸਨ, ਉਹਦਾ ਵਰਣ ਵੀ ਕੋਈ ਨਹੀਂ। ਗੁਰਮਤੀ ਆਪ ਬੁਝਾਣਿਆ, ਗੁਰੂ ਨਿਰੰਕਾਰ ਬੁਝਾਵਣਿਆ। ਗੁਰੂ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਉੱਤੇ ਗਿਆਨ ਦੇ ਦਿੰਦੇ ਨੇ, ਜਿਹੜੇ ਗਿਆਨ ਨੂੰ ਧਾਰਨ ਕਰ ਲੈਂਦੇ ਨੇ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਉਹਨਾਂ ਨੂੰ ਸਮਝਾਵਣਾ ਕਰਦੇ ਹਨ। ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵੀਐ ਪ੍ਰਗਟ ਹੋਈ। ਜਿਹਦੇ ਉੱਤੇ ਕਿਰਪਾ ਹੋ ਗਈ, ਉਹ ਕਹਿੰਦੇ ਉਹ ਇਸ ਤਰ੍ਹਾਂ ਦੇਖੇ ਫੇ ਸਭ ਏਕਾ ਜੋਤ ਜਾਣੇ ਜੇ ਕੋਈ। ਜੇ ਕੋਈ ਵਿਰਲਾ ਸੰਸਾਰ ਤੇ ਜੀਵ ਹੈ, ਉਹਦੀ ਜੋਤ ਹਰ ਜਗ੍ਹਾ ਦੇ ਉੱਤੇ ਦੇਖ ਰਿਹਾ, ਉਹਦੀ ਜੋਤ ਦੇ ਦਰਸ਼ਨ ਕਰਦੇ, ਜੋਤ ਦੇ ਵਿੱਚ ਹੀ ਅਕਾਲ ਪੁਰਖ ਨੂੰ ਉਹ ਪਹਿਚਾਣ ਲੈਂਦਾ ਹੈ। ਸਤਿਗੁਰ ਸੇਵੀਏ ਪ੍ਰਗਟ ਹੋਈ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਜੋਤ ਉਹਦੇ ਅੰਦਰ ਹੀ ਪ੍ਰਗਟ ਹੋ ਜਾਂਦੀ ਹੈ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਸੋ ਇਸ ਤਰ੍ਹਾਂ ਫਿਰ ਉਹ ਦੇਖਦਾ ਹੈ। ਕਹਿੰਦੇ ਵੀ ਉਹ ਜਿਹੜਾ ਗੁਪਤ ਪ੍ਰਗਟ, ਜਿਹੜਾ ਨਿਰਗੁਣ ਤੇ ਸਰਗੁਣ, ਗੁਪਤ ਹੁੰਦਾ ਨਿਰਗੁਣ ਜਿਹੜਾ ਨਾ ਦੇਖਿਆ ਜਾਵੇ, ਤੇ ਜਿਹੜਾ ਹੈ ਗਾਂ ਸਤਿਗੁਰ ਕਹਿੰਦੇ ਨੇ ਪ੍ਰਗਟ ਜਿਹਨੂੰ ਅਸੀਂ ਦੇਖ ਰਹੇ ਹਾਂ। ਇਸ ਕਾਰਨ ਕਰਕੇ ਉਹ ਜਿਹੜੇ ਨਿਰੰਕਾਰ ਵੱਲੋਂ ਬਖਸ਼ੇ ਹੋਏ ਨੇ, ਉਹ ਉਸ ਨੂੰ ਗੁਪਤ ਰੂਪ ਦੇ ਵਿੱਚ ਵੀ ਦੇਖਦੇ ਨੇ, ਪ੍ਰਗਟ ਰੂਪ ਦੇ ਵਿੱਚ ਵੀ ਦੇਖਦੇ ਨੇ। ਪ੍ਰਗਟ ਰੂਪ ਦੇ ਵਿੱਚ ਜਿਹੜੀ ਉਸ ਦੀ ਕੁਦਰਤ ਹੈ, ਉਹ ਹਰ ਇੱਕ ਜਗ੍ਹਾ ਦੇ ਉੱਤੇ ਇਹਦੂ ਚੀਜ਼ ਨੂੰ ਪਛਾਣ ਲੈਂਦੇ ਨੇ ਵੀ ਇਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਹੀ ਹੁਕਮ ਰਜ਼ਾ ਤੇ ਜੋਤ ਵਰਤ ਰਹੀ ਆ। ਜਿਨ੍ਹਾਂ ਨੇ ਇਸੇ ਤਰ੍ਹਾਂ ਪਛਾਣ ਲਿਆ ਉਹ ਅਕਾਲ ਪੁਰਖ ਨੂੰ, ਉਹਨਾਂ ਦੀ ਜੋਤ ਜੇ ਪ੍ਰਗਟ ਹੋ ਗਈ, ਉਸ ਜੋਤ ਨੂੰ ਅਕਾਲ ਪੁਰਖ ਨਿਰੰਕਾਰ ਆਪਣੇ ਵਿੱਚ ਸਮਾ ਲੈਂਦੇ ਨੇ, ਭੇਦ ਕਰ ਲੈਂਦੇ ਹਨ। ਤਿਸਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਹੰਕਾਰਾ। ਇਹ ਜਿਹੜਾ ਸਾਰਾ ਸੰਸਾਰ ਹੈ ਤਾਂ ਭਾਈ
ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਜਲ ਰਿਹਾ ਹੈ, ਪੁੱਜ ਰਿਹਾ ਹੈ, ਅੱਗ ਲੱਗੀ ਹੋਈ ਹੈ। ਲੋਭ ਅਭਿਮਾਨ ਬਹੁਤ ਹੈ, ਹੰਕਾਰ ਹੈ ਇਹਨਾਂ ਦੇ ਅੰਦਰ। ਲੋਭ ਵੀ, ਲਾਲਚ ਵੀ ਬਹੁਤ ਹੈ, ਅਭਿਮਾਨ ਬਹੁਤ ਹੈ ਇਹਨਾਂ ਦੇ ਅੰਦਰ। ਮੈਂ ਮੇਰੀ, ਆ ਮੈਂ ਬਣਾਇਆ, ਮੈਂ ਹੋਰ ਵੱਡਾ ਕਰ ਲੈਣਾ, ਹੋਰ ਵੱਡੀ ਗੱਡੀ ਲੈਣਾ। ਇਸ ਕਾਰਨ ਕਰਕੇ ਮੇਰੀ ਵਡਿਆਈ ਹੋਣੀ ਚਾਹੀਦੀ ਹੈ। ਭਾਈ ਵੰਨਾ ਹੰਕਾਰ ਦੇ ਵਿੱਚ ਸੜੇ ਹੋਏ ਨੇ ਵੱਡੇ ਵੱਡੇ ਇਹ ਰੋਗ, ਉਹਨਾਂ ਨੂੰ ਚੁੰਬੜੇ ਹੋਏ ਹਨ। ਮਰ ਮਰ ਜਨਮੈ ਪਤ ਗਵਾਏ ਆਪਣੀ, ਬਿਰਥਾ ਜਨਮ ਗਵਾਵਣਿਆ। ਇਹ ਸੰਸਾਰ ਦੇ ਉੱਤੇ ਵੀ ਆਤਮਕ ਇਹਨਾਂ ਨੂੰ ਮੌਤ ਆਈ ਹੋਈ ਹੁੰਦੀ ਹੈ, ਤੇ ਫਿਰ ਇਹ ਅਨੇਕਾਂ ਵਾਰ ਸੰਸਾਰ ਦੇ ਉੱਤੇ ਪਹਿਲਾਂ ਪਤਾ ਨਹੀਂ ਕਿੰਨੀ ਕੁ ਵਾਰੀ ਆ ਚੁੱਕੇ ਨੇ, ਕਿੰਨੀ ਕਾਰੀ ਕਿਹੜੀ ਕਿਹੜੀ ਜੂਨ ਦੇ ਵਿੱਚ ਪੈ ਚੁੱਕੇ ਨੇ। ਕਹਿੰਦੇ ਮਰਦੇ ਨੇ, ਜਨਮਦੇ ਨੇ, ਆਪਣੀ ਇੱਜ਼ਤ ਗਵਾ ਕੇ ਇੱਥੋਂ ਜਾਂਦੇ ਨੇ। ਇਹ ਜਨਮ ਨੂੰ ਜਿੱਦਾਂ ਖਾਲੀ ਆਉਂਦੇ ਨੇ, ਉਦਾਂ ਹੀ ਖਾਲੀ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰੈ ਪਵਨ ਸੂਝੈ। ਕੋਈ ਵਿਰਲਾ ਸੰਸਾਰ ਤੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ, ਉਹ ਉਸ ਸ਼ਬਦ ਨੂੰ ਪਹਿਚਾਨ ਲੈਂਦਾ ਹੈ, ਬੁੱਝ ਲੈਂਦਾ ਹੈ, ਤੇ ਫਿਰ ਉਹਦੇ ਮਨ ਅੰਦਰ ਇੱਕ ਧਰਾਸਾ, ਇੱਕ ਵਿਸ਼ਵਾਸ ਬਣ ਜਾਂਦਾ। ਉਹ ਆਪ ਕਹਿੰਦਾ ਵੀ ਮੈਂ ਹੁਣ ਆਪਣੇ ਆਪ ਨੂੰ, ਮੈਂ ਮੇਰੀ ਖਤਮ ਕਰ ਦੇਣੀ, ਕਿਉਂਕਿ ਮੈਂ ਕਰ ਹੀ ਨਹੀਂ ਕੁਛ ਸਕਦਾ, ਇਹ ਤਾਂ ਸਭ ਕੁਝ ਉਹਦੇ ਹੁਕਮ 'ਚ ਹੋ ਰਿਹਾ। ਤਾਂ ਤ੍ਰੈ ਭਵਨ ਸੂਝੇ, ਉਹਨਾਂ ਨੂੰ ਤਿੰਨਾਂ ਭਵਨਾਂ ਦਾ ਜਿਹੜਾ ਗਿਆਨ ਹੈ ਉਹਦੇ ਬਾਰੇ ਸਮਝ ਆ ਜਾਂਦੀ। ਤਿੰਨ ਭਵਨ, ਆਕਾਸ਼, ਧਰਤ ਤੇ ਪਤਾਲ। ਪਤਾਲ ਦਾ ਮੈਂ ਕਿਤੇ ਤੁਹਾਨੂੰ ਚੇਤਾ ਨਾ ਭੁੱਲ ਜਾਵੇ, ਪਤਾਲ ਦੇ ਫੇਰ ਇੱਕ ਵਾਰੀ ਮੈਂ ਅਰਥ ਕਰ ਦੇਵਾਂ। ਪਤਾਲ ਉਹ ਜਗ੍ਹਾ, ਉਹ ਧਰਤੀ ਜਿਹਦੇ ਉੱਤੇ ਜਲ ਟਿਕਿਆ, ਸਮੁੰਦਰ ਟਿਕਿਆ ਹੋਇਆ ਹੈ। ਫਿਰ ਉਹ ਮਰੈ ਨ ਮਰਣਾ ਹੋਵੇ, ਸਹਜੇ ਸੱਚ ਸਮਾਵਣਿਆ। ਇਸ ਤਰ੍ਹਾਂ ਦੇ ਜੀਵਾਂ ਦਾ ਉਹਨਾਂ ਨੂੰ ਫਿਰ ਮੁੜ ਮੁੜ ਕੇ ਮਰਨਾ ਨਹੀਂ ਪੈਂਦਾ, ਉਹਨਾਂ ਨੂੰ ਮੁੜ ਮੁੜ ਕੇ ਨਹੀਂ ਮਰਨਾ ਪੈਂਦਾ। ਜਨਮ ਤੇ ਮਰਨ ਖਤਮ ਹੋ ਜਾਂਦਾ, ਕਿਉਂਕਿ ਅਕਾਲ ਪੁਰਖ ਨਿਰੰਕਾਰ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਵਿੱਚ ਹੀ ਭੇਦ ਕਰ ਲੈਂਦੇ ਹਨ। ਮਾਇਆ ਮੈਂ ਫਿਰ ਚਿਤ ਨ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ। ਉਹ ਮਾਇਆ ਦੇ ਪਦਾਰਥਾਂ ਦੇ ਨਾਲ ਫਿਰ ਹੁਣ ਚਿੱਤ ਨਹੀਂ ਲਾਉਂਦੇ। ਗੁਰ ਕੇ ਸ਼ਬਦ ਸਦਾ ਰਹੇ ਸਮਾਏ, ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਭੇਦ ਹੋ ਗਏ, ਉਹ ਫਿਰ ਮਾਇਆ ਦੇ ਪਦਾਰਥਾਂ ਦੇ ਨਾਲ ਕਦੀ ਵੀ ਚਿੱਤ ਨਹੀਂ ਲਾਉਂਦੇ, ਉਹਨਾਂ ਤੋਂ ਉਪਰਾਮ ਲੈ ਲੈਂਦੇ ਹਨ। ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਉਹ ਸਦਾ ਹੀ ਸੱਚੇ ਨਿਰੰਕਾਰ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਆਪਣੇ ਸਰੀਰ ਦੇ ਅੰਦਰ, ਘਟ ਅੰਦਰ ਤੇ ਸੱਚੋ ਸੱਚ ਸੁਹਾਵਣਾ। ਇਸ ਕਾਰਨ ਕਰਕੇ ਉਹ ਹਰ ਜਗ੍ਹਾ ਦੇ ਉੱਤੇ ਪ੍ਰਭੂ ਨੂੰ ਪਹਿਚਾਣ ਕੇ ਆਪ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੋਭਾ ਕਰਦੇ ਨੇ ਤੇ ਦੂਸਰਿਆਂ ਤੋਂ ਕਰਵਾਉਂਦੇ ਹਨ। ਸੱਚ ਸਲਾਹੀ ਸਦਾ ਹਜ਼ੂਰੇ, ਗੁਰ ਕੈ ਸ਼ਬਦ ਰਹਿਆ ਭਰਪੂਰੇ। ਹੁਣ ਇਹਦਾ ਮਤਲਬ ਇਹ ਵੀ ਆਪਾਂ ਕਹਿ ਸਕਦੇ ਵੀ ਜਿਹੜੇ ਸੱਚ ਸਲਾਉਂਦੇ ਨੇ ਆਪਣੇ ਸਰੀਰ ਦੇ ਅੰਦਰ, ਉਹ ਸਾਰਿਆਂ ਦੇ ਅੰਦਰ ਆਪਣੀ ਸ਼ੋਭਾ ਪਾ ਰਹੇ ਹਨ। ਸਾਰੇ ਘਟਾਂ ਦੇ ਵਿੱਚ ਉਹਨਾਂ ਦੀ ਸ਼ੋਭਾ ਹੋ ਰਹੀ ਹੈ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਿਹਾ ਭਰਪੂਰੇ। ਜਿਸ ਵੇਲੇ ਉਹ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਹਦੇ ਉਪਦੇਸ਼ ਦੇ ਨਾਲ ਉਹਦੀ ਸਿਫਤ ਸਲਾਹ ਕਰਦੇ ਨੇ, ਨਿਰਮਲ ਹੋ ਜਾਂਦੇ ਨੇ, ਗੁਰ ਕੇ ਸ਼ਬਦ ਰਿਹਾ ਭਰਪੂਰੇ। ਫਿਰ ਉਸ ਨੂੰ ਕਿਸੇ ਤਰ੍ਹਾਂ ਦੀ ਆਸਾ ਤ੍ਰਿਸ਼ਨਾ ਆਣ ਕੇ ਨਹੀਂ, ਮਾਇਆ ਦੇ ਪਦਾਰਥ ਨੂੰ ਮੋਹ ਨਹੀਂ ਸਕਦੇ, ਕਿਉਂਕਿ ਉਹ ਭਰਪੂਰ ਹੋ ਜਾਂਦਾ ਭਾਈ। ਉਹ ਐਸਾ, ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ, ਉਹ ਤ੍ਰਿਪਤ ਹੋ ਜਾਂਦਾ ਗੁਰੂ ਦੇ ਸ਼ਬਦ ਦੇ ਰਾਹੀਂ। ਗੁਰ ਪ੍ਰਸਾਦੀ ਸਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ। ਗੁਰੂ ਦੀ ਕਿਰਪਾ ਦੇ ਨਾਲ ਹਰ ਜਗ੍ਹਾ ਦੇ ਉੱਤੇ ਉਸ ਨੂੰ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ। ਆਵੇ ਸੱਚੇ ਹੀ ਸੁਖ ਪਾਵਣਿਆ। ਜਿਸ ਵੇਲੇ ਫਿਰ ਉਸ ਦਾ ਇਹ ਰੂਪ ਬਣ ਜਾਂਦਾ, ਫਿਰ ਨਿਰੰਕਾਰ ਦੀ ਕਿਰਪਾ ਦੇ ਨਾਲ ਉਹ ਸਦਾ ਹੀ ਸੁਖ ਵਾਲਾ, ਆਤਮਿਕ ਆਨੰਦ ਵਾਲਾ ਜੀਵਨ ਬਤੀਤ ਕਰਦਾ ਹੈ। ਸੱਚ ਮਨ ਅੰਦਰ ਰਹਿਆ ਸਮਾਏ, ਸਦਾ ਸੱਚ ਨੇ ਚਲ ਆਵੇ ਨਾ ਜਾਏ। ਇਹ ਜਿਹੜਾ ਸੱਚ ਨਿਰੰਕਾਰ ਵਾਹਿਗੁਰੂ ਦਾ ਨਾਮ ਸੱਚਾ ਸ਼ਬਦ ਹੈ, ਉਹ ਅੰਦਰ ਮਨ ਦੇ ਵਿੱਚ ਹੀ ਟਿਕਿਆ ਹੋਇਆ ਹੈ ਭਾਈ। ਹਰ ਇੱਕ ਦੇ ਅੰਦਰ ਉਹ ਨਾਮ ਹੈ। ਜਿਨ੍ਹਾਂ ਵਿਰਲਿਆਂ ਨੇ ਉਸ ਨੂੰ ਪਹਿਚਾਣ ਲਿਆ, ਉਹਨਾਂ ਦਾ ਫਿਰ ਸੰਸਾਰ ਦੇ ਉੱਤੇ ਆਉਣਾ ਜਾਣਾ ਨਹੀਂ ਹੁੰਦਾ। ਉਹ ਫਿਰ ਨਾ ਹੀ ਕਿਧਰੇ ਆਣ ਕੇ ਸੰਸਾਰ ਦੇ ਉੱਤੇ, ਜਿਨ੍ਹਾਂ ਨੇ ਸੱਚ ਨੂੰ ਪਹਿਚਾਣ ਲਿਆ, ਨਾਮ ਨੂੰ ਪਹਿਚਾਣ ਲਿਆ, ਉਹ ਫਿਰ ਕਿਤੇ ਆਉਂਦੇ ਵੀ ਜਾਂਦੇ ਨਹੀਂ। ਨਾ ਤੀਰਥਾਂ ਤੇ ਜਾਣਾ ਪੈਂਦਾ ਉਹਨਾਂ ਨੂੰ, ਤੇ ਨਾ ਹੀ ਕਿਤੇ ਹੋਰ ਉਹਨਾਂ ਨੂੰ ਜਾਣਾ ਪੈਂਦਾ। ਉਹ ਸਦਾ ਨਾਮ ਦੇ ਨਾਲ ਜੁੜ ਕੇ ਅਟਲ
ਸਚਾਈ ਦੇ ਨਾਲ ਜੁੜ ਕੇ ਆਪ ਖੁਦ ਅਡੋਲਤਾ ਵਾਲਾ ਜੀਵਨ ਕਮਾਉਂਦੇ ਹਨ। ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਗਿਆਨ ਲੈ ਕੇ ਸੱਚੇ ਦੇ ਨਾਲ ਲੱਗੇ ਹੋਏ, ਜੋੜੇ ਹੋਏ ਮਨ ਨੂੰ ਨਿਰਮਲ ਕਰ ਲੈਂਦੇ ਨੇ। ਅੰਤ ਵੇਲੇ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੀਐ ਸਦਾ ਸੁਖ ਹੋਈ। ਇਸ ਕਰਕੇ ਸੰਸਾਰੀ ਜੀਵੋ ਸਦਾ ਸਾਨੂੰ ਉਹ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ। ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਇਸ ਕਰਕੇ ਉਹ ਇੱਕ ਵਾਹਿਗੁਰੂ ਦੀ ਸੇਵਾ ਕਰਦਿਆਂ ਦੇ ਨਾਲ ਸਾਨੂੰ ਇੱਥੇ ਸੰਸਾਰ ਤੇ ਸੁਖ ਪ੍ਰਾਪਤ ਹੁੰਦੇ ਹਨ। ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਗਿਆਨ ਤੁਹਾਨੂੰ ਸਤਿਗੁਰ ਦੇ ਨਾਮ ਦੇ ਨਾਲ ਹੀ ਪ੍ਰਾਪਤ ਹੋਣਾ ਹੈ। ਜਦੋਂ ਤੁਹਾਨੂੰ ਨਾਮ ਦੇ ਨਾਲ ਇਹ ਗਿਆਨ ਪ੍ਰਾਪਤ ਹੋ ਗਿਆ, ਤੁਸੀਂ ਉਹ ਸੱਚ ਦੀ ਕਮਾਈ ਕਰੋਗੇ ਤੇ ਸੱਚ ਹੀ ਕਮਾਵੋਗੇ। ਮਾਜ ਮਹਿਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਕਿਰਪਾ ਹੈ। ਕਹਿੰਦੇ ਉਹਦਾ ਰੂਪ ਰੰਗ ਕੀ ਹੁਣ, ਉਹ ਕਿਸ ਤਰ੍ਹਾਂ ਦਾ ਹੈ? ਕਹਿੰਦੇ ਨਿਰਮਲ, ਸਭ ਤੋਂ ਉੱਚਾ ਤੇ ਸੁੱਚਾ ਉਸ ਦਾ ਸ਼ਬਦ ਹੈ ਭਾਈ। ਉਹਦੀ ਬਾਣੀ ਵੀ ਇਸੇ ਤਰ੍ਹਾਂ ਹੀ ਉੱਚੀ ਤੇ ਸੁੱਚੀ ਹੈ, ਤੇ ਉਹਦੀ ਜੋਤ ਜਿਹੜੀ ਸਾਰਿਆਂ ਦੇ ਵਿੱਚ ਸਮਾਈ ਹੋਈ ਆ ਉਹ ਵੀ ਸਭ ਤੋਂ ਉੱਚੀ ਤੇ ਸੁੱਚੀ ਹੈ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਇਹ ਸਭ ਤੋਂ ਉੱਚੀ ਸੁੱਚੀ ਬਾਣੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਰੂਪ ਵਾਲੀ ਬਾਣੀ ਜਦੋਂ ਜੀਵ ਹਰ ਵੇਲੇ ਉਸ ਦੀ ਸਰਾਣੀ, ਉਸ ਨੂੰ ਸਰਾਹਣਾ ਕਰਦਾ ਹੈ, ਉਹਦੀ ਵਡਿਆਈ ਕਰਦਾ ਹੈ, ਅੰਤ ਕੀ ਹੁੰਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਪ ਹਰ ਨਿਰਮਲ ਮੈਲ ਗਵਾਵਣਿਆ। ਉਸ ਨਿਰੰਕਾਰ ਦੀ ਇਹ ਨਿਰਮਲ ਬਾਣੀ ਨੂੰ ਜਪ ਕੇ ਅੰਦਰੋਂ ਆਪਣੇ ਸਭ ਵਿਕਾਰਾਂ ਦੀਆਂ ਮੈਲਾਂ ਨੂੰ ਜੀਵ ਖਤਮ ਕਰ ਦਿੰਦਾ ਹੈ। ਹਉ ਵਾਰੀ ਜੀਓ ਵਾਰੀ, ਸੁਖ ਦਾਤਾ ਮਨ ਵਸਾਵਣਿਆ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਬਾਣੀ ਨੂੰ ਵਸਾ ਲਿਆ, ਨਾਮ ਨੂੰ ਵਸਾ ਲਿਆ, ਸਤਿਗੁਰ ਕਹਿੰਦੇ ਨੇ ਮੈਂ ਉਹਨਾਂ ਤੋਂ ਅਨੇਕਾਂ ਵਾਰ ਉਹਨਾਂ ਨੂੰ ਡੰਡੌਤ ਕਰਾਂ। ਹਰ ਨਿਰਮਲ ਗੁਰ ਸ਼ਬਦ ਸਲਾਹੀ, ਸਬਦੋ ਸੁਣ ਤਿਸਾ ਮਿਟਾਵਣਿਆ। ਉਹ ਹਰੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਜਿਹੜਾ ਨਿਰਮਲ ਹੈ, ਇਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਗੁਰ ਸ਼ਬਦੀ ਸਲਾਈ, ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਦੇ ਸ਼ਬਦ ਦੇ ਰਾਹੀਂ ਉਸ ਦੀ ਮੈਂ ਸਿਫਤ ਸਲਾਹ ਕਰਾਂ। ਸ਼ਬਦੋ ਸੁਣ ਤਿਸਾ ਮਿਟਾਵਣਿਆ। ਕਹਿੰਦੇ ਮੈਂ ਉਹ ਸ਼ਬਦ ਸੁਣ ਕੇ ਅੰਦਰ ਦੀਆਂ ਸਾਰੀਆਂ ਤ੍ਰਿਸ਼ਨਾ ਖਤਮ ਕਰ ਦੇਵਾਂ। ਰਹਾਉ ਨਿਰਮਲ ਨਾਮ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਨਿਰਮਲ ਨਾਮ ਹੈ ਅਤ ਪਵਿੱਤਰ, ਜਿਹਦੇ ਵਰਗਾ ਹੋਰ ਕੋਈ ਦੂਜਾ ਨਹੀਂ, ਉਹ ਮੇਰੇ ਹਿਰਦੇ ਦੇ ਵਿੱਚ ਆਣ ਕੇ ਵਸ ਗਿਆ। ਗੁਰੂ ਦੀ ਕਿਰਪਾ ਦੇ ਨਾਲ ਮਨ ਤਨ ਨਿਰਮਲ, ਮੇਰਾ ਮਨ ਵੀ ਨਿਰਮਲ ਹੋ ਗਿਆ, ਮੇਰਾ ਤਨ ਵੀ ਨਿਰਮਲ ਹੋ ਗਿਆ, ਇੱਕ ਟਿਕਾ ਦੇ ਵਿੱਚ ਹੋ ਗਿਆ। ਮਾਇਆ ਮੋਹ ਸਾਰੇ ਉਹ ਜਿਹੜੇ ਇਹ ਤੱਤ ਨੇ, ਮੈਂ ਇਹਨਾਂ ਨੂੰ ਗਵਾ ਦਿੱਤਾ, ਖਤਮ ਕਰ ਦਿੱਤਾ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਨਿਰਮਲ ਪਵਿੱਤਰ ਨੂੰ ਵੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮੈਂ ਪਵਿੱਤਰ ਅਕਾਲ ਪੁਰਖ ਦੇ ਗੁਣ ਗਾਉਣੇ ਸ਼ੁਰੂ ਕੀਤੇ, ਨਿਸ਼ਚਾ ਕਰਕੇ, ਸੱਚ ਦੇ ਨਾਲ ਪ੍ਰੇਮ ਪਾ ਕੇ, ਕਹਿੰਦੇ ਉਹ ਨਿਰਮਲ, ਉਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਨਾਲ ਜਿਹੜਾ ਹੈ ਉਹ ਪਵਿੱਤਰ ਨਾਦ ਹੈ ਸ਼ਬਦ, ਉਹ ਵਜਾਵਣਾ ਮੇਰੇ ਅੰਦਰ, ਉਹ ਨਾਦ ਪ੍ਰਗਟ ਹੋ ਜਾਂਦਾ ਹੈ, ਉਹ ਸ਼ਬਦ ਪ੍ਰਗਟ ਹੋ ਜਾਂਦਾ ਹੈ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੁਆ ਤਿੱਥੇ ਮੋਹ ਨ ਮਾਇਆ। ਇਹ ਪਵਿੱਤਰ ਅੰਮ੍ਰਿਤ ਨਿਰੰਕਾਰ ਦੇ ਕੋਲੋਂ ਮੈਂ ਉਹਦੇ ਦੇ ਗਿਆਨ ਨੂੰ ਹਾਸਲ ਕਰਕੇ ਪਾਇਆ। ਗੁਰੂ ਨੇ ਕਿਰਪਾ ਕੀਤੀ ਮੇਰੇ ਤੇ, ਮੈਨੂੰ ਇਹ ਪਵਿੱਤਰ ਅੰਮ੍ਰਿਤ ਵਰਗਾ ਨਾਮ ਬਖਸ਼ਿਸ਼ ਕਰ ਦਿੱਤਾ, ਜਿਹਦੀ ਕਿਰਪਾ ਦੇ ਨਾਲ, ਨਾਮ ਦੀ ਹੁਣ ਕਿਰਪਾ ਦੇ ਨਾਲ, ਵਿੱਚੋਂ ਆਪ ਕਹਿੰਦੇ ਮੈਂ ਮੇਰੀ ਹੰਗਤਾ ਮਮਤਾ ਸਭ ਕੁਝ ਖਤਮ ਕਰ ਦਿੱਤੇ, ਹਉਮੈ ਖਤਮ ਕਰ ਦਿੱਤੀ, ਮਾਰ ਦਿੱਤੀ, ਤਿੱਥੇ ਮੋਹ ਨਾ ਮਾਇਆ। ਫਿਰ ਹੁਣ ਕਹਿੰਦੇ ਵੀ ਉਹਦੀ ਕਿਰਪਾ ਦੇ ਨਾਲ ਮੇਰੇ ਅੰਦਰ ਨਾ ਮੋਹ ਰਹਿ ਗਿਆ ਤੇ ਨਾ ਮਾਇਆ ਦਾ ਅੰਦਰ ਕੋਈ ਤ੍ਰਿਸ਼ਨਾ,
ਤੇ ਨਾ ਹੀ ਮਾਇਆ ਦੇ ਪਦਾਰਥਾਂ ਦੀ ਕੋਈ ਭੁੱਖ ਰਹਿ ਗਈ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਉਹ ਪਵਿੱਤਰ ਹੈ ਗਿਆਨ ਨਿਰੰਕਾਰ ਸੱਚੇ ਪਾਤਸ਼ਾਹ ਦਾ, ਤੇ ਜਿਨ੍ਹਾਂ ਨੇ ਪਵਿੱਤਰ ਬਾਣੀ ਦੇ ਨਾਲ ਧਿਆਨ ਜੋੜ ਲਿਆ ਉਹ ਵੀ ਪਵਿੱਤਰ ਬਣ ਗਏ। ਤੇ ਇਹ ਬਾਣੀ ਵੀ ਪਵਿੱਤਰ, ਸਭ ਤੋਂ ਉੱਚੀ ਸੁੱਚੀ ਨਿਰੰਕਾਰ ਸਰੂਪ ਜਿਹੜੀ ਬਾਣੀ ਹੈ, ਗੁਰੂ ਦੀ ਕਿਰਪਾ ਦੇ ਨਾਲ ਮੈਂ ਇਸ ਨੂੰ ਮਨ ਦੇ ਵਿੱਚ ਵਸਾ ਲਿਆ। ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ, ਹਉਮੈ ਮੈਲ ਗੁਰ ਸਬਦੇ ਧੋਵੈ। ਗੁਰੂ ਪਿਆਰਿਓ, ਜੇ ਅਜੇ ਵੀ ਆਪਾਂ ਨੂੰ ਸਮਝ ਨਾ ਆਈ ਤਾਂ ਹੁਣ ਗੁਰੂ ਜੀ ਕੀ ਕਰਨ ਯਾਰ। ਇਹਨੇ ਮੈਂ ਤਾਂ ਅਜੇ ਮੈਂ ਕਈ ਵਾਰੀ ਫਿਰ ਹੈਰਾਨ ਪਰੇਸ਼ਾਨ ਹੋ ਜਾਂਦਾ। ਹੁਣ ਦੇਖੋ ਕੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਾਲ ਸੱਚ ਤੁਹਾਡੇ ਸਾਹਮਣੇ ਰੱਖ ਦਿੱਤਾ, ਤੁਹਾਨੂੰ ਇੰਨਾ ਗਿਆਨ ਦੇ ਦਿੱਤਾ ਵੀ ਜੇ ਅਜੇ ਵੀ ਅਸੀਂ ਨਾ ਸਮਝੀਏ ਨਾ ਤੇ ਫਿਰ ਹੁਣ ਨਾ ਤਾਂ ਤੁਸੀਂ ਇਹ ਕਹਿ ਸਕਦੇ ਆ ਵੀ ਸਾਨੂੰ ਕਿ ਸਾਡੇ ਤੇ ਕਿਰਪਾ ਨਹੀਂ ਹੋਈ। ਕਿਰਪਾ ਵੀ ਤੁਹਾਡੇ ਉੱਤੇ ਹੋਈ ਹੈ ਸਾਰਿਆਂ ਤੇ। ਹੁਣ ਮਹਾਰਾਜ ਕਹਿੰਦੇ ਜਿਹੜੇ ਨਿਰਮਲ, ਉਹ ਜਿਹੜੇ ਪਵਿੱਤਰ ਅਕਾਲ ਪੁਰਖ ਨੂੰ ਦੀ ਸੇਵਾ ਕਰਦੇ ਨੇ, ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਸੇਵਾ ਦੇ ਵਿੱਚ ਲੱਗੇ ਹੋਏ ਨੇ, ਉਹ ਨਿਰਮਲ ਹੀ ਹੋ ਜਾਂਦੇ ਨੇ, ਉਹ ਵੀ ਆਪ ਪਵਿੱਤਰ ਹੋ ਜਾਂਦੇ ਨੇ, ਉਹ ਵਾਹਿਗੁਰੂ ਦਾ ਰੂਪ ਹੀ ਬਣ ਜਾਂਦੇ ਨੇ। ਹੁਣ ਏਦੂ ਵੱਡੀ ਦਾਤ ਹੁਣ ਸਤਿਗੁਰੂ ਜੀ ਸਾਨੂੰ ਹੋਰ ਕੀ ਦੇ ਦੇਣਗੇ? ਮੈਨੂੰ ਤਾਂ ਸਮਝ ਨਹੀਂ ਪੈਂਦੀ। ਮੈਂ ਤਾਂ ਹੈਰਾਨ ਹੋ ਜਾਂਦਾ ਜਿਸ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਐਡੀ ਪਿਆਰ, ਐਡੀ ਰਹਿਮਤ ਆਪਣੇ ਸਾਰਿਆਂ ਦੇ ਉੱਤੇ ਕਰ ਕਰਕੇ ਸਾਨੂੰ ਗਿਆਨ ਦਿੰਦੇ ਨੇ। ਕਹਿੰਦੇ ਨੇ ਵੀ ਹਉਮੈ ਮੈਲ ਗੁਰ ਸ਼ਬਦ ਧੋਵੈ। ਤੇ ਹੁਣ ਜਦੋਂ ਸ਼ਬਦ ਹੀ ਪ੍ਰਗਟ ਹੋਇਆ, ਜਦੋਂ ਤੁਸੀਂ ਉਹ ਪਵਿੱਤਰ ਅਕਾਲ ਪੁਰਖ ਦੀ ਸੇਵਾ ਕੀਤੀ ਤੇ ਆਪ ਹੀ ਪਵਿੱਤਰ ਰੂਪ ਹੀ ਬਣ ਗਏ ਤੇ ਸ਼ਬਦ ਤਾਂ ਅੰਦਰੋਂ ਪ੍ਰਗਟ ਹੋ ਗਿਆ, ਤੇ ਫਿਰ ਉੱਥੇ ਤੇ ਹਉਮੈ ਦਾ ਕੰਮ ਹੀ ਕੀ ਹੈ? ਹਉਮੈ ਤਾਂ ਰਹਿੰਦੀ ਨਹੀਂ ਭਾਈ। ਸੋ ਇਸ ਕਰਕੇ ਜਿੰਨਾ ਵੀ ਸਾਡਾ ਜੀਵਨ ਦਾ ਸਮਾਂ ਭਾਈ, ਉਹਦੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ ਅਸੀਂ ਜੁੜ ਜਾਈਏ। ਹੋ ਸਕਦਾ ਗੁਰੂ ਨਿਰੰਕਾਰ ਸਾਡਾ ਵੀ ਆਉਣਾ ਜਾਣਾ ਇੱਥੋਂ ਖਤਮ ਕਰ ਦੇਵਣ। ਸੋ ਇਸ ਕਰਕੇ ਆਪਾਂ ਨਿਰਭਰ ਬਣਦੀ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਸੇਵਾ ਕਰੀਏ, ਨਿਰਮਲ ਵਾਹਿਗੁਰੂ ਦੀ। ਨਿਰਮਲ ਵਾਜੈ ਅਨਹਦ ਤੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਜਦੋਂ ਇੱਕ ਰਸ ਨਿਰੰਕਾਰ ਦਾ ਸ਼ਬਦ ਪ੍ਰਗਟ ਹੋ ਜਾਂਦਾ, ਅਨਹਦ, ਜਿਹਦੀ ਸੀਮਾ ਕੋਈ ਨਹੀਂ ਹੈ, ਜਿਹਦੇ ਬਾਰੇ ਗਿਆਨ ਵੀ ਦਿੱਤਾ ਨਹੀਂ ਜਾ ਸਕਦਾ ਹੈ, ਉਹਦੀ ਕਿਰਪਾ ਦੇ ਨਾਲ ਅਸੀਂ ਉਹ ਸੱਚੇ ਦਰ ਦੇ ਵਿੱਚ ਵਡਿਆਈਆਂ ਪਾਉਂਦੇ ਹਾਂ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ। ਕੱਲੇ ਕੱਲੇ ਬਚਨ ਨੂੰ ਧਿਆਨ ਦੇ ਨਾਲ ਸੁਣਿਓ ਜਰਾ, ਥੋੜੀ ਜਿਹੀ ਤਵੱਜੋ ਦੇ ਕੇ। ਕਹਿੰਦੇ ਨਿਰਮਲ ਤੇ ਸਭ ਨਿਰਮਲ ਹੋਵੇ, ਗੁਰੂ ਅਕਾਲ ਪੁਰਖ ਪਵਿੱਤਰ ਵਾਹਿਗੁਰੂ ਦੇ ਨਾਮ ਜਪਣ ਕਰਕੇ ਸਾਰੇ ਪਵਿੱਤਰ ਹੋ ਜਾਂਦੇ ਨੇ। ਤੇ ਨਿਰਮਲ ਮਨੁਆ, ਮਨ ਵੀ ਜਿਹੜਾ ਪਵਿੱਤਰ ਹੋ ਜਾਂਦਾ, ਉਹ ਵੀ ਹਰੀ ਦੇ ਸ਼ਬਦ ਵਿੱਚ ਪਰੋਇਆ ਜਾਂਦਾ ਹੈ। ਹਰ ਸ਼ਬਦ ਪਰੋਵੈ। ਨਿਰਮਲ ਨਾਮ ਲੱਗੇ ਵਡ ਭਾਗੀ, ਨਿਰਮਲ ਨਾਮ ਸੁਹਾਵਣਿਆ। ਜਿਹੜਾ ਇਹ ਪਵਿੱਤਰ ਨਾਮ ਜਿਹਦੇ ਉੱਤੇ ਗੁਰੂ ਕਿਰਪਾ ਕਰ ਦਿੰਦੇ ਨੇ, ਵੱਡੇ ਭਾਗਾਂ ਵਾਲਾ ਬਣਾ ਦਿੰਦੇ ਨੇ, ਉਹ ਪਵਿੱਤਰ ਨਾਮ ਨੂੰ ਜਪਣਾ ਸ਼ੁਰੂ ਕਰ ਦਿੰਦਾ। ਇਹ ਜਿਹੜਾ ਪਵਿੱਤਰ ਨਾਮ ਹੀ ਉਹਨਾਂ ਨੂੰ ਫਿਰ ਸੋਹਣਾ ਲੱਗਦਾ, ਸੋਭਨੀਕ ਲੱਗਦਾ ਹੈ। ਸੋ ਨਿਰਮਲ ਜੋ ਸਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ। ਉਹ ਜੀਵ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਨਿਰਮਲ ਸ਼ਬਦ ਹੈ, ਉਸ ਦੇ ਰਾਹੀਂ ਫਿਰ ਇੱਥੇ ਸੰਸਾਰ ਤੇ ਸੋਭਾ ਪਾਉਂਦਾ ਹੈ। ਨਿਰਮਲ ਨਾਮ ਮਨ ਤਨ ਮੋਹ ਹੈ। ਔਰ ਉਹ ਨਿਰਮਲ ਪਵਿੱਤਰ ਨਾਮ ਜਿਹੜਾ ਵਾਹਿਗੁਰੂ ਦਾ, ਉਹਦੇ ਨਾਲ ਇੰਨਾ ਪ੍ਰੇਮ ਪੈ ਜਾਂਦਾ ਇਹਨੂੰ ਮਨ ਦਾ ਤੇ ਤਨ ਦਾ, ਇਹ ਫੇ ਉਦੋਂ ਪ੍ਰੇਮ ਦੇ ਵਿੱਚ ਮੋਹੇ ਜਾਂਦੇ ਨੇ। ਜਿਹੜਾ ਇਹ ਸੱਚਾ ਪ੍ਰੇਮ ਦੇ ਨਾਲ ਉਹ ਮੋਹੇ ਜਾਂਦੇ ਨੇ, ਹੋਰ ਕਿਸੇ ਵਸਤੂ ਦੇ ਨਾਲ ਉਹਨਾਂ ਦਾ ਫਿਰ ਮਨ ਨਹੀਂ ਜੁੜਦਾ। ਸੱਚ ਨਾਮ ਮਲ ਕਦੇ ਨ ਲਾਗੈ, ਮੁਖ ਊਜਲ ਸੱਚ ਕਰਾਵਣਿਆ। ਸੱਚੇ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਮੈਲ ਨਹੀਂ ਫਿਰ ਲੱਗਣ ਦਿੰਦੇ ਨਿਰੰਕਾਰ ਸੱਚੇ ਪਾਤਸ਼ਾਹ ਜੀ, ਜਿੰਨਾ ਚਿਰ ਉਹ ਮੈਂ ਮੇਰੀ ਖਤਮ ਕਰਕੇ ਨਾਮ ਦੇ ਨਾਲ ਜੁੜ ਰਹਿੰਦਾ। ਕਹਿੰਦੇ ਇਹ ਸੰਸਾਰ ਦੇ ਉੱਤੇ ਉਸ ਦਾ ਵੀ ਮੁਖ ਉਜਲ ਹੁੰਦਾ ਹੈ, ਵਡਿਆਈਆਂ ਪ੍ਰਾਪਤ ਹੁੰਦੀਆਂ ਨੇ ਉਸ ਪਿਆਰੇ ਨੂੰ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ। ਜਿਹੜੇ ਦਵੈਤ ਦੇ ਵਿੱਚ, ਦੋ ਚਿੱਤੀ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਮਨ ਕਦੀ ਸਾਫ਼ ਨਹੀਂ ਹੁੰਦਾ, ਕਿਉਂਕਿ ਨਾ ਉਹ ਬੰਦਗੀ ਕਰਦੇ ਨੇ, ਨਾ ਉਹ ਮਨ ਦੀ ਮੈਲ ਨੂੰ ਲਾਉਂਦੇ ਨੇ। ਕਹਿੰਦੇ ਵੀ ਕੀ ਹੁੰਦਾ ਹੈ, ਉਸ ਦਾ ਜਿਹੜਾ ਚੌਂਕਾ ਹੈ, ਜਿਹੜਾ ਉਸ ਦਾ ਆਲਾ ਦੁਆਲਾ ਹੈ, ਉਹ ਵੀ ਮੈਲਾ ਹੈ, ਤੇ ਮੈਲਾ ਹੀ ਉਹਦਾ ਜਗ੍ਹਾ ਹੈ, ਮੈਲਾ ਹੀ ਉਹਦਾ ਸਰੂਪ ਹੈ,
ਤੇ ਮੈਲੀਆਂ ਹੀ ਉਹਦੀਆਂ ਇੰਦਰੀਆਂ ਹਨ। ਮੈਲਾ ਖਾਏ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁਖ ਪਾਵਣਿਆ। ਕਹਿੰਦੇ ਫਿਰ ਮੈਲਾ ਉਹ ਜਿਹੜਾ ਖਾਣਾ ਵੀ ਹੁੰਦਾ ਉਹ ਵੀ ਵਿਕਾਰੀ ਖਾਣਾ ਖਾਂਦਾ, ਜਿਹਦੇ ਨਾਲ ਹੋਰ ਮੈਲ ਸਾਡੇ ਚੜ੍ਹਦੀ ਹੈ ਤੇ ਮੈਲ ਵਧੀ ਜਾਂਦੀ ਅੰਦਰ, ਤੇ ਮਨਮੁਖ ਮੈਲ ਦੁੱਖ ਪਾਵਣਿਆ। ਤੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਬੇਰਾਹੇ ਵੱਖਰੇ ਰਾਹ ਤੇ ਚੱਲ ਪਿਆ, ਮਨ ਦੇ ਮਗਰ ਤੁਰਿਆ ਜਾ ਰਿਹਾ। ਕਹਿੰਦੇ ਉਹ ਮਨ ਜਿਹੜਾ ਹੋਰ ਮੈਲਾ ਹੋ ਜਾਂਦਾ, ਹੋਰ ਮੈਲਾ ਹੋ ਜਾਂਦਾ, ਤੇ ਮਨਮੁਖ ਵੇ ਸੰਸਾਰ ਤੇ ਵੀ ਦੁੱਖ ਪਾਉਂਦਾ, ਗਾਂ ਜਾ ਕੇ ਵੀ ਦੁੱਖ ਹੀ ਪਾਉਂਦਾ ਹੈ। ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਪਰ ਇਹ ਸਾਰੇ ਉਹਦੇ ਹੁਕਮ ਦੇ ਵਿੱਚ ਹੀ ਹੈ ਸਭ ਜੋ ਹੋ ਰਿਹਾ। ਇਹ ਮੈਲੇ ਨਿਰਮਲ ਸਭ ਹੁਕਮ ਸਵਾਏ, ਸਾਰੇ ਉਹ ਜਿਹੜੇ ਕੋਈ ਮੈਲੇ ਨੇ ਕੋਈ ਨਿਰਮਲ ਨੇ, ਉਹ ਸਾਰੇ ਉਹਦੇ ਹੁਕਮ ਦੇ ਵਿੱਚ ਭਾਈ ਇਹ ਸਭ ਕੁਝ ਹੋ ਰਿਹਾ ਹੁੰਦਾ। ਪਰ ਜਿਹੜੇ ਇਹ ਨਿਰਮਲ ਪਵਿੱਤਰ ਨਾਮ ਨੂੰ ਪਹਿਚਾਣ ਲੈਂਦੇ ਨੇ, ਕਹਿੰਦੇ ਨੇ ਜਿਨ੍ਹਾਂ ਨੂੰ ਉਹ ਸੱਚ ਦਾ ਗਿਆਨ ਹੋ ਜਾਂਦਾ, ਫਿਰ ਉਹ ਮੈਲ ਸਾਰੀ ਸੰਸਾਰ ਤੇ ਨਾਮ ਦੇ ਨਾਲ ਖਤਮ ਕਰਕੇ ਨਿਰਮਲ ਜੀਵਨ, ਉੱਚਾ ਸੁੱਚੀਆਂ ਵਡਿਆਈਆਂ ਵਾਲਾ ਜੀਵਨ ਹਾਸਲ ਕਰ ਲੈਂਦੇ ਨੇ, ਤੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦੇ ਨੇ, ਪਿਆਰੇ ਲੱਗਣ ਲੱਗ ਪੈਂਦੇ ਨੇ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਪਿਆਰਿਆਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਲਿਆ, ਅੰਤਰ ਹਿਰਦੇ ਦੇ ਵਿੱਚ, ਆਤਮਾ ਦੇ ਵਿੱਚ, ਚੇਤਨਾ ਦੇ ਵਿੱਚ, ਮਨ ਦੇ ਵਿੱਚ ਟਿਕਾ ਲਿਆ, ਫਿਰ ਉਹ ਗੁਰਮੁਖ ਜਿਹੜੇ ਨੇ ਉਹ ਬਾਕੀ ਸਾਰੀਆਂ ਮੈਲਾਂ ਨੂੰ ਖਤਮ ਕਰ ਦਿੰਦੇ ਨੇ, ਸਾਰੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ, ਸਾਰੇ ਤੱਤ ਜਿਹੜੇ ਪ੍ਰਮਾਤਮਾ ਤੋਂ ਤੋੜਨ ਵਾਲੇ ਨੇ, ਦੂਰ ਕਰਨ ਵਾਲੇ ਨੇ, ਉਹਨਾਂ ਨੂੰ ਉਹ ਖਤਮ ਕਰ ਲੈਂਦੇ ਹਨ, ਕਰ ਦਿੰਦੇ ਹਨ। ਸੋ ਗੁਰਮੁਖ ਪਿਆਰਿਓ, ਅੱਜ ਇੰਨੀ ਹੀ ਸੇਵਾ ਪ੍ਰਵਾਨ ਕਰ ਲੈਣੀ, ਰਹਿਮਤ ਕਰਿਓ, ਅਰਦਾਸ ਬੇਨਤੀ ਕਰਿਓ ਸਤਿਗੁਰੂ ਜੀ। ਇਹ ਜਦੋਂ ਇਹ ਵੈਸੇ ਜਦ ਤੱਕ ਤੁਹਾਡੇ ਕੋਲ ਇਹ ਰਿਕਾਰਡਿੰਗ ਹੋਣੀ ਆ, ਉਦੋਂ ਤੱਕ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਿਲਕੁਲ ਹੀ ਰੋਗ ਨਿਰੰਕਾਰ ਸੱਚੇ ਪਾਤਸ਼ਾਹ ਨੇ ਕਰ ਦੇਣਾ। ਇਹ ਆਪਾਂ ਨੂੰ ਇੱਕ ਵਿਸ਼ਵਾਸ ਬਣ ਜਾਂਦਾ ਹੁੰਦਾ ਜਦੋਂ ਇਹ ਰਿਕਾਰਡਿੰਗ ਹੋ ਰਹੀ ਹੈ, ਕਿਉਂਕਿ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਜਿਹੜੀ ਰਿਕਾਰਡਿੰਗ ਹੈ ਉਹ ਤਕਰੀਬਨ 3-3.5 ਸਾਲ ਲੱਗਣਗੇ ਇਹਨੂੰ, ਇਹ ਸੰਪੂਰਨ ਹੋ ਜਾਵੇ ਤਾਂ ਤੁਹਾਡੇ ਤੱਕ ਆਉਂਦਿਆਂ ਨੂੰ ਸ਼ਾਇਦ ਹੋ ਸਕਦਾ ਵੀ 10 ਸਾਲ ਵੀ ਲੱਗ ਜਾਵਣ। ਸੋ ਇਸ ਦੇ ਵਿੱਚ ਕਈਆਂ ਤਰ੍ਹਾਂ ਦਾ ਜੀਵਨ ਜਿੱਦੂ ਰੂਪ ਦੇ ਵਿੱਚ ਸਤਿਗੁਰ ਬਤੀਤ ਕਰਦੇ ਨੇ। ਤੇ ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਇੱਕ ਮਹਾਰਾਜ ਨੇ ਕਿਰਪਾ ਕੀਤੀ ਹੁੰਦੀ ਆ ਵੀ ਜਾਣੀ ਕਿ ਜਦੋਂ ਅਸੀਂ ਪੰਜਾ ਸਾਹਿਬ ਗਏ ਨਾ, ਉੱਥੇ ਪੰਜਾ ਸਾਹਿਬ ਸਾਨੂੰ ਜਿਸ ਵੇਲੇ ਨਿਰੰਕਾਰ ਨੇ ਰਹਿਮਤ ਕੀਤੀ, ਤੇ ਅਸੀਂ ਉਹ ਪੰਜੇ ਨੂੰ ਜਦੋਂ ਹੱਥ ਲਾਇਆ, ਅਨੁਭਵ ਹੋਇਆ ਵੀ ਇਹ ਐਸਾ ਸਥਾਨ ਹੈ। ਪੰਜੇ ਨੂੰ ਹੱਥ ਲਾ ਕੇ ਇਹ ਨਹੀਂ ਵੀ ਮੇਰਾ ਹੱਥ ਉਹਦੇ ਵਿੱਚ ਫਿੱਟ ਹੁੰਦਾ ਕਿ ਨਹੀਂ ਹੁੰਦਾ, ਅਸੀਂ ਉੱਥੇ ਨਮਸਕਾਰ ਕਰਕੇ ਇਹ ਕਹਿੰਦੇ ਆ ਵੀ ਹੇ ਨਿਰੰਕਾਰ, ਹੇ ਮੇਰੇ ਭਲੀ ਪ੍ਰੀਤਮ, ਮੇਰੇ ਪ੍ਰਤਪਾਲਕ ਦਾਤਾ ਜੀ, ਮੈਨੂੰ ਬਹੁਤ ਵੱਡਾ ਭਾਗੀ ਆਪ ਜੀ ਨੇ ਬਣਾਇਆ, ਵੱਡੇ ਭਾਗਾਂ ਵਾਲਾ ਬਣਾਇਆ, ਆਪਣਾ ਸਿੱਖ ਬਣਾਇਆ। ਤੁਸੀਂ ਇਸ ਤਰ੍ਹਾਂ ਦੇ ਹੋ, ਤੁਸੀਂ ਤਾਂ ਜਿਹੜੇ ਪੱਥਰ ਨੇ ਇਹਨਾਂ ਨੂੰ ਮੋਹ ਕੰਮ ਕਰ ਦਿੰਦੇ ਹੋ। ਇਹ ਦੁੱਖ ਸੁੱਖ ਤੋਂ ਖਤਮ ਕਰਨਾ ਤੁਹਾਡੇ ਵਾਸਤੇ ਕੋਈ ਵੱਡੀ ਚੀਜ਼ ਨਹੀਂ, ਪਰ ਇਸ ਕਾਰਨ ਕਰਕੇ ਅਜੇ ਵੀ ਇਹ ਜਿਹੜੀ ਬਿਮਾਰੀ ਹੈਗੀ ਹੈ, ਜਿਹਨੂੰ ਕਰੋਨਾ ਕਹਿੰਦੇ ਨੇ, ਕਈ ਰੂਪ ਨੇ ਬਦਲੇ ਨੇ, ਕਈ ਅਜੇ ਬਦਲਨੇ ਨੇ, ਉਹਦੀ ਅਕਾਲ ਪੁਰਖ ਦੀ ਰਜ਼ਾ ਹੈ, ਉਹਨੂੰ ਪਤਾ ਸਭ ਕੁਛ, ਤੇ ਇਹਦਾ ਅਜੇ ਵੀ ਸਰੀਰ ਦੇ ਉੱਤੇ ਕਾਫੀ ਚਿਰ ਅਸਰ ਰਹਿੰਦਾ ਹੈ। ਸੋ ਕਿਰਪਾ ਕਰਿਓ, ਅਰਦਾਸ ਬੇਨਤੀ ਕਰਿਓ, ਹੇ ਨਿਰੰਕਾਰ ਸੱਚੇ ਪਾਤਸ਼ਾਹ ਜੀ, ਸਤਿਗੁਰ ਕਿਰਪਾ ਕਰਨ, ਆਪਣੇ ਹੁਕਮ ਦੇ ਵਿੱਚ, ਆਪਣੇ ਭਾਣੇ ਦੇ ਵਿੱਚ ਰੱਖ ਕੇ, ਕਾਮ ਕ੍ਰੋਧ ਮੋਹ ਹੰਕਾਰ ਤੋਂ ਬਚਾ ਕੇ ਵਾਪਸ ਦੇ ਰੋਗਤਾ ਜਦੋਂ ਆ ਗਈ, ਉਸ ਵੇਲੇ ਹੁਣ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਬਚਨ ਕਰਦਿਆਂ ਅੰਦਰ ਤੇ ਮਨ ਜਿਹੜਾ ਅੰਦਰ ਬਚਨ ਆਉਂਦੇ ਨੇ ਪਰ ਨਿਕਲਦੇ ਨਹੀਂ ਰਸਨਾ ਤੋਂ। ਇਹ ਵੀ ਇੱਕ ਬਿਮਾਰੀ ਦਾ ਹਿੱਸਾ ਹੈ, ਇਹਦੇ ਬੜੇ ਵੱਖਰੇ ਵੱਖਰੇ ਰੂਪ ਨੇ। ਸੋ ਇਸ ਕਾਰਨ ਕਰਕੇ ਜਿੱਦੋਂ ਵੀ ਰੂਪ ਦੇ ਵਿੱਚ ਗੁਰੂ ਜੀ ਸੇਵਾ ਕਰਵਾ ਰਹੇ ਨੇ, ਪ੍ਰਵਾਨ ਕਰ ਲੈਣੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਨਿਰੰਕਾਰ ਸੱਚੇ ਪਾਤਸ਼ਾਹ ਆਪ ਜੀ ਦੀ ਸੇਵਾ ਦੇ ਲਾਇਕ ਸਾਨੂੰ ਬਣਾਉਣ। ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।